ਮੈਨੂੰ ਕੁਛ ਨਹੀਂ ਪਤਾ ਸੀਗਾ ਨਵਜੋਤ ਮੇਰੇ ਕੋਲ ਜਿਮ ਕਲੋਥ ਵੀ ਨਹੀਂ ਸੀ ਐਕਚੁਅਲੀ ਉਸ ਦਿਨ ਮੈਨੂੰ ਜ਼ਿਆਦਾ ਮੈਂ ਘਰ ਆ ਕੇ ਰੋਈ ਸੀ ਮੈਨੂੰ ਇੱਦਾਂ ਫੀਲ ਹੋਇਆ ਕਿ ਕਰ ਨਹੀਂ ਸਕਦੀ ਮੈਂ ਕਿ ਮੈਂ ਇੰਡੀਆ ਤੋਂ ਆ ਕੇ ਇੱਕ ਸਿੰਪਲ ਜਿਹੀ ਕੁੜੀ ਮੈਂ ਟਰਾਈ ਕੀ ਕਰ ਰਹੀ ਹਾਂ ਕੀ ਪ੍ਰੂਵ ਕਰਨਾ ਮੰਗਦੀ ਕਿ ਇੰਡੀਆ ਤੋਂ ਲੈ ਕੇ ਆਂਦਾ ਸੀਗਾ ਕਿ ਆਪਣੀਆਂ ਵੈਲਿਊਜ਼ ਕਲਚਰ ਨਾਲ ਜੁੜ ਕੇ ਰਹੋਗੇ ਤੇ ਤੁਸੀਂ ਕਿਹੜੇ ਪਾਸੇ ਤੁਰ ਪਏ ਇਟਸ ਨਾਟ ਅਬਾਊਟ ਬਿਕਨੀ ਇਟਸ ਤੁਸੀਂ ਆਪਣਾ ਹਾਰਡ ਵਰਕ ਸ਼ੋ ਕਰ ਰਹੇ ਹੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਹ ਹੈ ਦਾ ਨਵਜੋਤ ਢਿੱਲੋਂਵਾਲ ਤੇ ਮੈਂ ਹਾਂ ਨਵਜੋਤ ਢਿੱਲੋਂ ਅੱਜ ਇੱਕ ਨਵਾਂ ਐਪੀਸੋਡ ਲੈ ਕੇ ਆਈ ਹਾਂ ਟਰੂ ਐਕਸਪ੍ਰੈਸ਼ਨਸ ਦਾ ਤੁਹਾਨੂੰ ਯਾਦ ਹੋਣਾ ਕਿ ਪਿਛਲੀ ਵਾਰੀ ਜਦੋਂ ਰਚਨਾ ਸਿੰਘ ਉਹਨਾਂ ਦਾ ਇੰਟਰਵਿਊ ਕੀਤਾ ਸੀ ਬਿਲਕੁਲ ਅਖੀਰ ਤੇ ਇਹ ਮੇਰੀ ਉਹਨਾਂ ਦੇ ਨਾਲ ਗੱਲ ਹੋਈ ਸੀ ਕਿ ਤੁਹਾਡੀਆਂ ਸਾਰੀਆਂ ਗੱਲਾਂ ਮੈਨੂੰ ਇਸ ਤਰ੍ਹਾਂ ਲੱਗੀਆਂ ਜਿਵੇਂ ਟਰੂ ਐਕਸਪ੍ਰੈਸ਼ਨਸ ਹੁੰਦੀਆਂ ਨੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਜਿੰਨੇ ਵੀ ਮੈਂ ਇੰਟਰਵਿਊ ਬੇਸਡ ਪ੍ਰੋਗਰਾਮ ਕਰਾਂਗੀ ਉਹਨਾਂ ਦਾ ਅਸਲ ਦੇ ਵਿੱਚ ਟਾਈਟਲ ਟਰੂ ਐਕਸਪ੍ਰੈਸ਼ਨਸ ਰੱਖਾਂਗੀ ਸੋ ਟਰੂ ਐਕਸਪ੍ਰੈਸ਼ਨਸ ਦਾ ਇੱਕ ਹੋਰ ਐਪੀਸੋਡ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਅੱਜ ਇੱਕ ਬਹੁਤ ਹੀ ਵਿਲੱਖਣ ਸ਼ਖਸੀਅਤ ਮੇਰੇ ਨਾਲ ਹੈ ਜੇ ਮੈਂ ਉਸ ਸ਼ਖਸੀਅਤ ਦਾ ਜ਼ਿਕਰ ਕਰਨਾ ਚਾਹਾਂ ਉਸ ਦਾ ਇੱਕ ਆਪਣਾ ਮੁਕਾਮ ਹੈ ਉਸ ਦਾ ਇੱਕ ਆਪਣਾ ਨਾਮ ਹੈ ਇਸੇ ਕਰਕੇ ਅੱਜ ਉਹ ਨਵਜੋਤ ਢਿੱਲੋਂਵਾਲ ਦੇ ਵਿੱਚ ਤੁਹਾਡੇ ਰੂਬਰੂ ਮੈਂ ਉਹਨਾਂ ਨੂੰ ਕਰਵਾ ਰਹੀ ਹਾਂ ਉਹ ਕੌਣ ਨੇ ਸ਼ਖਸੀਅਤ ਕੁਝ ਪਲਾਂ ਦਾ ਇੰਤਜ਼ਾਰ ਕਰਨਾ ਕਿਉਂਕਿ ਕੁਝ ਉਹਨਾਂ ਦੇ ਮੈਂ ਮੂਮੈਂਟਸ ਜਿਹੜੇ ਨੇ ਇੱਕ ਵੀਡੀਓ ਦੇ ਵਿੱਚ ਕੈਚ ਕੀਤੇ ਹੋਏ ਨੇ ਉਹ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦੀ ਹਾਂ ਉਸ ਤੋਂ ਬਾਅਦ ਇੰਟਰੋਡਿਊਸ ਕਰਾਂਗੀ ਉਸ ਖਾਸ ਸ਼ਖਸੀਅਤ ਨੂੰ ਆਓ ਦੇਖਦੇ ਹਾਂ ਉਹ ਕੁਝ ਪਲ ਤੇ ਹੁਣ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਉਹ ਸ਼ਖਸੀਅਤ ਕੌਣ ਹੈ ਅੰਦਾਜ਼ਾ ਤੇ ਕੀ ਬਿਲਕੁਲ ਗੱਲ ਸਪਸ਼ਟ ਹੋ ਗਈ ਹੈ ਮੇਰੇ ਨਾਲ ਇਸ ਵੇਲੇ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਸ਼ਖਸੀਅਤ ਤੇ ਇੱਕ ਵੱਖਰੀ ਪਹਿਚਾਣ ਬਣਾ ਚੁੱਕੀ ਸੈਂਡੀ ਦੋਸਾਂਝ ਸੈਂਡੀ ਵੈਲਕਮ ਥੈਂਕ ਯੂ ਜੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਦੇਖਣ ਵਾਲਿਆਂ ਨੂੰ ਸੈਂਡੀ ਅੱਜ ਇਸ ਵਾਲ ਦੇ ਸਾਹਮਣੇ ਕਿਉਂ ਹੈ ਸੈਂਡੀ ਨਾਲ ਕਿਉਂ ਅਸੀਂ ਗੱਲਾਂ ਕਰਨੀਆਂ ਨੇ ਸੈਂਡੀ ਇੱਕ ਬਾਡੀ ਬਿਲਡਰ ਹੈ ਸੈਂਡੀ ਇੱਕ ਪਰਸਨਲ ਟ੍ਰੇਨਰ ਹੈ ਪਰ ਸੈਂਡੀ ਨੇ ਜਿਹੜਾ ਸਫ਼ਰ ਆਪਣਾ ਕਿੱਥੋਂ ਸ਼ੁਰੂ ਕੀਤਾ ਕਿੱਥੇ ਤੱਕ ਉਹ ਪਹੁੰਚ ਚੁੱਕੀ ਹੈ ਇਹ ਇੱਕ ਇੰਟਰਸਟਿੰਗ ਕਹਾਣੀ ਹੈ ਇਸੇ ਕਰਕੇ ਅੱਜ ਸੈਂਡੀ ਮੇਰੇ ਨਾਲ ਹੈ ਸੈਂਡੀ ਜਲੰਧਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਕੈਨੇਡਾ ਪਹੁੰਚੀ ਪਰ ਉਸ ਤੋਂ ਪਹਿਲਾਂ ਉਸ ਦੀ ਲਾਈਫ ਦੇ ਵਿੱਚ ਕੀ ਹੋਇਆ ਕਿਵੇਂ ਉਹ ਇੱਕ ਬਾਡੀ ਬਿਲਡਰ ਬਣੀ ਅਕਸਰ ਆਪਾਂ ਇਹ ਗੱਲਾਂ ਸੁਣਦੇ ਹਾਂ ਕਿ ਬਚਪਨ ਤੋਂ ਜੀ ਸੁਪਨਾ ਸੀ ਜਦੋਂ ਕਿਸੇ ਨੂੰ ਕੋਈ ਗੱਲ ਪੁੱਛ ਲਓ ਕਹਿੰਦੇ ਕਿ ਮੈਨੂੰ ਬਚਪਨ ਤੋਂ ਹੀ ਪਤਾ ਸੀ ਮੈਂ ਕੀ ਬਣਨਾ ਚਾਹੁੰਦਾ ਮੈਨੂੰ ਬੜਾ ਸ਼ੌਕ ਸੀ ਇਸ ਕਰਕੇ ਮੈਂ ਆਪਣਾ ਉਹ ਸੁਪਨਾ ਪੂਰਾ ਕੀਤਾ ਪਰ ਸੈਂਡੀ ਜਦੋਂ ਅੱਜ ਇੱਕ ਬਾਡੀ ਬਿਲਡਰ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਐਸਟੈਬਲਿਸ਼ ਕਰ ਚੁੱਕੀ ਹੈ ਇੱਕ ਪਰਸਨਲ ਟ੍ਰੇਨਰ ਦੇ ਤੌਰ ਦੇ ਉੱਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਟ੍ਰੇਨ ਕਰ ਰਹੀ ਹੈ ਇੱਕ ਬੇਮਿਸਾਲ ਔਰਤ ਹੈ ਜਿਹੜੀ ਇੱਕ ਮਾਂ ਹੈ ਇੱਕ ਪਤਨੀ ਹੈ ਇੱਕ ਨੂੰਹ ਹੈ ਇੱਕ ਬੇਟੀ ਹੈ ਇੱਕ ਪ੍ਰੋਫੈਸ਼ਨਲ ਦੇ ਤੌਰ ਦੇ ਉੱਤੇ ਕੰਮ ਕਰ ਰਹੀ ਹੈ ਇੰਨੇ ਤਰ੍ਹਾਂ ਦੇ ਕੰਮ ਇਕੱਠੇ ਕਰਨੇ ਬਹੁਤ ਮੁਸ਼ਕਿਲ ਕੰਮ ਹੈ ਪਰ ਇਹਦੇ ਬਾਰੇ ਮੈਂ ਹੋਰ ਜ਼ਿਆਦਾ ਗੱਲਾਂ ਨਹੀਂ ਕਰਾਂਗੀ ਗੱਲ ਸ਼ੁਰੂ ਕਰਦੇ ਹਾਂ ਸੈਂਡੀ ਦੇ ਨਾਲ ਸੈਂਡੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਅੱਜ ਕਿਵੇਂ ਮਹਿਸੂਸ ਹੋ ਰਿਹਾ ਨਵਜੋਤ ਢਿੱਲੋਂਵਾਲ ਤੇ ਆ ਕੇ ਤੁਹਾਨੂੰ ਮਾਈ ਗॉड ਨਵਜੋਤ ਜੀ ਮੈਂ ਬਹੁਤ ਆਪਣੇ ਆਪ ਨੂੰ ਆਨਰ ਫੀਲ ਕਰ ਰਹੀ ਹਾਂ ਕਦੇ ਸੋਚਿਆ ਨਹੀਂ ਸੀ ਮੈਨੂੰ ਵੀ ਇਹ ਮੌਕਾ ਮਿਲੇਗਾ ਥੈਂਕ ਯੂ ਸੋ ਮਚ ਹੈਵਿੰਗ ਮੀ ਐਟ ਯੋਰ ਸ਼ੋ ਤੁਸੀਂ ਕੋਈ ਆਪਣੇ ਘਰ ਦੇ ਵਿੱਚ ਇਹੋ ਜਿਹੀ ਕੋਈ ਵਾਲ ਹੈ ਕਿ ਜਿਹੜੀ ਫੇਵਰੇਟ ਵਾਲ ਹੋਵੇ ਤੁਹਾਡੀ ਹਾਂਜੀ ਲਿਵਿੰਗ ਰੂਮ ਦੇ ਵਿੱਚ ਵਾਲ ਹੈਗੀ ਆ ਉੱਤੇ ਇੱਕ ਪਿਕਚਰ ਲੱਗੀ ਹੋਈ ਆ ਬਹੁਤ ਵੱਡੀ ਪਿਕਚਰ ਜਿਹੜੀ ਅਸੀਂ ਨਿਊਯਾਰਕ ਤੋਂ ਹਸਬੈਂਡ ਨੇ ਮੰਗਵਾਈ ਸੀਗੀ ਉਹ ਜੱਸਾ ਸਿੰਘ ਆਲੂਵਾਲ ਆ ਹਿਊਜ ਪਿਕਚਰ ਉਹਨਾਂ ਦਾ ਜਿੰਨਾ ਰੋਬ ਆ ਪਿਕਚਰ ਤੇ ਹੀ ਲੁਕਸ ਰੀਅਲ ਜਦੋਂ ਉਹਨਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ
I feel like when I look at the picture ਕਿ ਮੈਂ ਉਹਨਾਂ ਦੇ ਅੱਖਾਂ 'ਚ ਅੱਖਾਂ ਪਾ ਕੇ ਦੇਖ ਰਹੀ ਹਾਂ ਸੋ ਅਲੱਗ ਹੀ ਤਰ੍ਹਾਂ ਦਾ ਕੌਨਫੀਡੈਂਸ ਫੀਲ ਹੁੰਦਾ ਆ that's my actually favorite wall ਮੇਰੇ ਲਈ ਵੀ ਆਨਰ ਦੀ ਗੱਲ ਹੈ ਕਿ ਤੁਸੀਂ ਅੱਜ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਸੈਂਡੀ ਤੁਸੀਂ ਜਿੱਥੋਂ ਸ਼ੁਰੂਆਤ ਕੀਤੀ ਆਪਣੀ ਲਾਈਫ ਦੀ ਕਿਹੜਾ ਪਿੰਡ ਸੀ ਥੋੜਾ ਜਿਹਾ ਆਪਣੇ ਪਿਛੋਕੜ ਬਾਰੇ ਦੱਸੋ ਮੇਰਾ ਪਿੰਡ ਤਲਵੰਡੀ ਮਾਧੋ ਹੈ ਮਲਸੀਆਂ ਦੇ ਕੋਲ ਮੈਂ ਸਕੂਲ ਮੋਸਟਲੀ ਬੋਪਰਾ ਕਲਾਂ ਗਈ ਹਾਂ ਭੂਆ ਜੀ ਦੇ ਕੋਲ ਰਹਿੰਦੀ ਸੀ ਮੇਰੇ ਫਾਦਰ ਜਦੋਂ ਮੈਂ ਛੋਟੀ ਸੀ ਬਹੁਤ ਪੂਰੇ ਹੋ ਗਏ ਸੀ ਅਲਕੋਹਲਿਕ ਸੀਗੇ ਸੋ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਸੀ ਸੋ ਮੈਂ ਮੋਸਟ ਆਫ ਜਿਹੜਾ ਮੇਰਾ ਟਾਈਮ ਸੀਗਾ ਭੂਆ ਜੀ ਦੇ ਪਿੰਡ ਬੋਪਰਾ ਕਲਾਂ ਦੇ ਵਿੱਚ ਸਪੈਂਡ ਕੀਤਾ ਅੱਛਾ ਉਸ ਤੋਂ ਬਾਅਦ ਫਿਰ ਉਹ ਅਮਰੀਕਾ ਆ ਗਿਆ ਸੀ ਉਹਨਾਂ ਦੀ ਡਾਟਰ ਅਮਰੀਕਾ ਸੀ ਫਿਰ ਮੈਂ ਹੋਸਟਲ ਦੇ ਵਿੱਚ ਚਲੇ ਗਈ ਸੀ ਤੁਸੀਂ ਬਹੁਤ ਖੇਡਦੇ ਹੁੰਦੇ ਸੀ ਛੋਟੇ ਹੁੰਦੇ ਬਹੁਤ ਖੇਡਾਂ ਦਾ ਸ਼ੌਕ ਸੀ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਖੇਡਦੇ ਨਹੀਂ ਮੈਨੂੰ ਥੋੜਾ ਬਹੁਤ ਕਦੀ ਸ਼ਾਮ ਨੂੰ ਉਹ ਛੋਟੀਆਂ ਖੇਲਾਂ ਲੁਕਣ ਮਿਚੀ ਇੱਕ ਹੁੰਦਾ ਸੀ ਪਿੱਠੂ ਗੇਮ ਉਹ ਖੇਡ ਲੈਣੀ ਪਰ ਮੈਨੂੰ ਕਦੀ ਮੌਕਾ ਨਹੀਂ ਮਿਲਿਆ ਸੀ ਜਾਂ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ ਸਪੋਰਟਸ ਦੇ ਵਿੱਚ ਪਾਰਟਿਸਿਪੇਸ਼ਨ ਕਰਨ ਦਾ ਮੈਂ ਉਸੇ ਪੁਆਇੰਟ ਤੇ ਆਉਣਾ ਚਾਹੁੰਦੀ ਹਾਂ ਕਿ ਵੀ ਹਰ ਕਿਸੇ ਦੇ ਮਨ ਦੇ ਵਿੱਚ ਇਹੀ ਸਵਾਲ ਹੈ ਬਚਪਨ ਦੇ ਵਿੱਚ ਕਦੇ ਖੇਡੇ ਨਹੀਂ ਸਕੂਲ 'ਚ ਤੁਸੀਂ ਕਦੇ ਖੇਡੇ ਨਹੀਂ ਕਾਲਜ ਦੇ ਵਿੱਚ ਤੁਸੀਂ ਖੇਡੇ ਨਹੀਂ ਤੇ ਇੱਕ ਆਪਣੇ ਆਪ ਨੂੰ ਬਾਡੀ ਬਿਲਡਰ ਦੇ ਤੌਰ ਤੇ ਉੱਤੇ ਤੁਸੀਂ ਐਸਟੈਬਲਿਸ਼ ਕੀਤਾ ਇਹ ਟਰਨਿੰਗ ਪੁਆਇੰਟ ਕਿਵੇਂ ਆਇਆ ਇਹ ਪੁਆਇੰਟ ਐਕਚੁਅਲੀ ਮੈਂ ਤੁਹਾਨੂੰ ਥੋੜਾ ਜਿਹਾ ਲੈ ਕੇ ਜਾਂਦੀ ਹਾਂ ਮੇਰੇ ਕੈਲ ਮੇਰੇ ਹਸਬੈਂਡ ਉਹਨਾਂ ਦਾ ਰਿਸ਼ਤਾ ਉਹਨਾਂ ਦੇ ਅੰਕਲ ਮੇਰੇ ਅੰਕਲ ਨੂੰ ਜਾਣਦੇ ਸੀ ਸੋ ਕੈਲ ਇੰਡੀਆ ਗਏ ਸੀਗੇ ਜਸਟ ਘੁੰਮਣ ਫਿਰਨ ਲਈ ਤਾਂ ਉਹਨਾਂ ਦੇ ਅੰਕਲ ਨੇ ਸਾਨੂੰ ਇੰਟਰੋਡਿਊਸ ਕੀਤਾ ਸੀ ਜਦੋਂ ਉਹਨਾਂ ਨੇ ਮੈਨੂੰ ਪਹਿਲੀ ਵਾਰੀ ਮਿਲੇ ਅਸੀਂ ਛੋਟੇ ਜਿਹੇ ਰੈਸਟੋਰੈਂਟ ਮਨਜੀਤ ਰੈਸਟੋਰੈਂਟ ਨਕੋਦਰ ਦੇ ਵਿੱਚ ਮਿਲੇ ਸੀਗੇ ਸਾਨੂੰ 10 ਮਿੰਟ ਮਿਲੇ ਸੀਗੇ ਇੱਕ ਦੂਜੇ ਨਾਲ ਗੱਲ ਕਰਨ ਦੇ ਉਦੋਂ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਉਹਨਾਂ ਨੂੰ ਫਿਟਨੈਸ ਦਾ ਸ਼ੌਂਕ ਆ ਉਹ ਮੈਨੂੰ ਉਹਨਾਂ ਨੇ ਆਪਣੀ ਗੱਲਬਾਤ ਵਿੱਚ ਹੀ ਕਿਹਾ ਸੀਗਾ ਕਿ ਉਹ ਲਾਈਕ ਕਰਨਗੇ ਜੇ ਮੈਂ ਉਹਨਾਂ ਦੇ ਨਾਲ ਉੱਥੇ ਜਾ ਕੇ ਜਿਮ ਜੁਆਇਨ ਕਰੂੰਗੀ ਅੱਛਾ ਸੋ ਬਸ ਉੱਥੋਂ ਹੀ ਸ਼ੌਂਕ ਪੂਰਾ ਹੋ ਗਿਆ ਕਿਉਂਕਿ ਜਦੋਂ ਕੈਨੇਡਾ ਦੇ ਵਿੱਚ ਆਈ ਫੈਮਿਲੀ ਸਾਰੀ ਪਿੱਛੇ ਰਹਿ ਗਈ ਸੀ ਫਰੈਂਡਸ ਸਾਰੇ ਪਿੱਛੇ ਰਹਿ ਗਏ ਸੀ ਤੇ ਕੈਲ ਦੀ ਸ਼ਿਫਟ ਵੀ 12 ਘੰਟੇ ਦੀ ਸ਼ਿਫਟ ਹੁੰਦੀ ਸੀ ਸੋ ਜਿਮ ਇੱਕ ਐਕਸਕਿਊਜ਼ ਸੀਗਾ ਕਿ ਨਾਲ ਟਾਈਮ ਸਪੈਂਡ ਕਰਨਾ ਤੇ ਜਿਮ ਚਲੇ ਜਾਣਾ ਯਾਦ ਹੈ ਉਹ ਮੂਮੈਂਟ ਜਦੋਂ ਤੁਸੀਂ ਜਿਮ ਗਏ ਪਹਿਲੀ ਵਾਰੀ ਹਾਂਜੀ ਥੋੜਾ ਉਹ ਵੀ ਸ਼ੇਅਰ ਕਰੋ ਸਾਡੇ ਨਾਲ ਬਹੁਤ ਔਕਵਰਡ ਸੀਗਾ ਮੈਂ ਜਦੋਂ ਕਿਸੇ ਨੂੰ ਨਵੇਂ ਬੰਦੇ ਨੂੰ ਜਿਮ ਹੁਣ ਵੀ ਆਉਂਦੇ ਦੇਖਦੀ ਆਈ ਫੀਲ ਦੈਟ ਪਹਿਲੀ ਗੱਲ ਮੈਨੂੰ ਕੋਈ ਮਸ਼ੀਨ ਨਹੀਂ ਚਲਾਉਣੀ ਆਉਂਦੀ ਸੀ ਅੱਛਾ ਪਹਿਲੀ ਵਾਰੀ ਐਕਚੁਅਲੀ ਮੈਂ ਅੰਦਰੋਂ ਜਿਮ ਦੇਖਿਆ ਸੀ ਇੰਡੀਆ 'ਚ ਮੈਨੂੰ ਕਦੇ ਮੌਕਾ ਨਹੀਂ ਮਿਲਿਆ ਸੀ ਸੋ ਇੰਡੀਆ ਤੋਂ ਤੁਸੀਂ ਇੱਥੇ ਵਿਆਹ ਕਰਾ ਕੇ ਕੈਲ ਹੁਣੀ ਤੁਹਾਨੂੰ ਇੱਥੇ ਲੈ ਆਏ ਕੈਲ ਨੇ ਤੁਹਾਨੂੰ ਇੰਨਾ ਕੁ ਜ਼ਰੂਰ ਐਕਸਪ੍ਰੈਸ ਕੀਤਾ ਕਿ ਉਹਨਾਂ ਨੂੰ ਫਿਟਨੈਸ ਦਾ ਸ਼ੌਕ ਹੈ ਤੇ ਆਮ ਕਰਕੇ ਕੁੜੀਆਂ ਹੁੰਗਾਰਾ ਭਾਰੀ ਦਿੰਦੀਆਂ ਕਿ ਹਾਂਜੀ ਕਰ ਹੀ ਦਿੰਦੀਆਂ ਤੁਸੀਂ ਵੀ ਹਾਂਜੀ ਕਰ ਦਿੱਤੀ ਤੇ ਤੁਹਾਨੂੰ ਪ੍ਰੈਕਟੀਕਲੀ ਉਹ ਮੂਮੈਂਟ ਆ ਗਿਆ ਜਦੋਂ ਫਿਰ ਕੈਲ ਸੱਚੀ ਮੁੱਚੀ ਜਿਮ ਲੈ ਗਏ ਦੈਟਸ ਵੈਰੀ ਟਰੂ ਮੈਂ ਨਹੀਂ ਕਦੇ ਸੋਚਿਆ ਸੀਗਾ ਕਿਉਂਕਿ ਮੈਂ ਛੋਟੇ ਹੁੰਦੇ ਇਦਾਂ ਦੀ ਪਰਵਰਿਸ਼ ਹੋਈ ਸੀ ਕਿ ਪਹਿਲੀ ਗੱਲ ਤੇ ਘਰਦਿਆਂ ਨੇ ਕਿਹਾ ਹੋਇਆ ਸੀ ਕਿ ਜਿੱਦਾਂ ਮੁੰਡਿਆਂ ਦੇ ਨਾਲ ਨਹੀਂ ਬੋਲਣਾ ਜਾਂ ਮਤਲਬ ਕਿ ਥੋੜਾ ਮਨਾ ਸੀਗਾ ਜਦੋਂ ਕੈਲ ਮੈਨੂੰ ਜਿਮ ਲੈ ਕੇ ਗਏ ਮੋਸਟਲੀ ਉੱਥੇ ਮੈਂ ਨਹੀਂ ਸੀਗੇ ਬਾਡੀ ਬਿਲਡਰਸ ਮੈਨੂੰ ਜ਼ਿਆਦਾ ਰਿਚਮੰਡ ਦੀ ਜਿਮ ਕਾਫੀ ਉਹ ਪਪੂਲਰ ਜਿਮ ਸੀ ਆਲੇ ਦੁਆਲੇ ਸਾਰੇ ਬਾਡੀ ਬਿਲਡਰ ਤੁਰੇ ਫਿਰਦੇ ਸੀਗੇ ਸੋ ਮੈਨੂੰ ਥੋੜਾ ਜਿਹਾ ਸਹਿਮ ਗਈ ਸੀ ਤੇ ਉੱਤੋਂ ਮੈਨੂੰ ਕੋਈ ਮਸ਼ੀਨ ਨਹੀਂ ਚਲਾਉਣੀ ਆਉਂਦੀ ਸੀ ਸੋ ਕੈਲ ਨੇ ਮੈਨੂੰ ਟ੍ਰੈਡਮਿਲ ਤੇ ਖੜੇ ਕਰ ਦਿੱਤਾ ਤੇ ਚਲਾ ਦਿੱਤੀ ਐਂਡ ਹੀ ਇਜ਼ ਲਾਈਕ ਮੈਂ ਤੈਨੂੰ 45 ਮਿੰਟ ਦੇ ਵਿੱਚ ਆ ਕੇ ਮਿਲਦਾ ਹੈ ਅੱਛਾ ਤੇ ਆਪ ਉਹ ਵੇਟ ਟ੍ਰੇਨਿੰਗ ਕਰਕੇ ਚਲੇ ਗਏ ਮੈਨੂੰ ਕੁਝ ਨਹੀਂ ਪਤਾ ਸੀਗਾ ਨਵਜੋਤ ਮੇਰੇ ਕੋਲ ਜਿਮ ਕਲੋਥ ਵੀ ਨਹੀਂ ਸੀ ਐਕਚੁਅਲੀ ਤੁਸੀਂ ਅੰਦਰੋਂ ਇਹ ਉਸ ਵੇਲੇ ਸੋਚ ਰਹੇ ਸੀ ਕਿ ਵੀ ਹਾਂ ਹੁਣ ਇਸ ਰਾਹ ਤੇ ਤੁਰ ਪੈਣਾ ਜਾਂ ਸੋਚਦੇ ਸੀ ਕਿ 2-4 ਦਿਨਾਂ 'ਚ ਟਲ ਜਾਊਂਗੀ 2-4 ਦਿਨਾਂ ਵਿੱਚ ਟਲ ਜਾਊਂਗੀ ਉਸ ਦਿਨ ਮੈਨੂੰ ਜ਼ਿਆਦਾ ਮੈਂ ਘਰ ਆ ਕੇ ਰੋਈ ਸੀ ਅੱਛਾ ਹਾਂਜੀ ਮੈਂ ਸੋਚਿਆ ਸੀਗਾ ਕਿ ਨਹੀਂ ਪਰ ਫਿਰ ਨੈਕਸਟ ਵੀਕ ਕੈਲ ਨੇ ਫਿਰ ਮੈਨੂੰ ਆਫਰ ਕੀਤਾ ਕਿ ਆਪਾਂ ਕੈਲ ਦੇ ਸਾਹਮਣੇ ਸੀ ਜਾਂ ਲੁੱਕ ਕੇ ਰੋਈ ਸੀ ਨਹੀਂ ਮੈਂ ਇਕੱਲੀ ਰੋਈ ਸੀ ਐਕਚੁਅਲੀ ਮੈਂ ਕੈਲ ਦੇ ਮੰਮ ਦੇ ਨਾਲ ਥੋੜੀ ਸ਼ੇਅਰ ਕੀਤੀ ਸੀ ਕਿ ਮੈਂ ਉੱਥੇ ਲਾਈਕ ਨਹੀਂ ਕੀਤਾ ਤੇ ਉਹਨਾਂ ਨੂੰ ਕਾਫੀ ਚਿਰ ਹੋ ਗਿਆ ਇੱਥੇ ਆਇਆ ਨੂੰ ਉਹਨਾਂ ਨੇ ਕਿਹਾ ਕਿ ਤੇਰੀ ਮਰਜ਼ੀ ਆ ਪੁੱਤ ਜੇ ਤੂੰ ਲਾਈਕ ਕਰਦੀ ਆ ਜਾਣਾ ਤੇ ਜਾ ਸਕਦੀ ਆ ਜੇ ਨਹੀਂ ਕਰਦੀ ਤਾਂ ਮੈਂ ਕੈਲ ਨੂੰ ਕਹਿ ਦਿੰਦੀ ਆ ਕਿ ਇਹਨੂੰ ਨਾਲ ਲੈ ਕੇ ਜਾ ਅੱਛਾ ਹਾਂਜੀ ਫਿਰ ਤੁਸੀਂ ਕੀ ਫਾਈਨਲੀ ਡਿਸਾਈਡ ਕੀਤਾ ਮੈਂ ਡਿਸਾਈਡ ਕੀਤਾ ਕਿ ਨਹੀਂ ਹੁਣ ਨਵੀਂ ਕੰਟਰੀ ਚ ਆਈ ਆ ਮੈਨੂੰ ਸਿੱਖਣਾ ਪੈਣਾ ਹੈ ਸਾਰਾ ਕੁਝ ਹੌਲੀ ਹੌਲੀ ਸੋ ਆਈ ਚੋਜ਼ ਟੂ ਗੋ ਹਾਂਜੀ ਇੰਡੀਆ ਤੁਸੀਂ ਕਿੱਥੇ ਪੜ੍ਹੇ ਹੈਗੇ ਕਾਲਜ ਯੂਨੀਵਰਸਿਟੀ ਕਿੱਥੇ ਪੜ੍ਹੇ ਮੈਂ ਨਕੋਦਰ ਡੀਏਵੀ ਕਾਲਜ ਤੋਂ ਬੈਚਲਰ ਕੀਤੀ ਆ ਕਾਲਜ ਡੀਏਵੀ ਕਾਲਜ ਜਲੰਧਰ ਤੋਂ ਆਪਣੀ ਮਾਸਟਰਸ ਕੀਤੀ ਆ
ਕਿਹੜੇ ਸਬਜੈਕਟ ਕੀਤੀ ਸੀ? ਇਕਨੋਮਿਕਸ ਦੇ ਵਿੱਚ। ਵਾਓ, ਇਕਨੋਮਿਕਸ ਦੇ ਵਿੱਚ ਤੁਸੀਂ ਮਾਸਟਰਸ ਕੀਤੀ ਤੇ ਇੱਥੇ ਆ ਕੇ ਫਿਰ ਉਸ ਲਾਈਨ ਨੂੰ ਤੁਸੀਂ ਚੂਜ਼ ਕੀਤਾ ਕਿ ਨਹੀਂ ਕਰੀਅਰ ਦੇ ਤੌਰ ਤੇ? ਇੱਥੇ ਆ ਕੇ ਮੈਂ 2 ਸਾਲ ਕੁਆਂਟਲੈਂਡ ਕਾਲਜ ਤੋਂ ਆਪਣੀ ਅਕਾਊਂਟਿੰਗ ਕੀਤੀ ਸੀ। ਅੱਛਾ। ਕੈਲ ਨੇ ਪੂਰੀ ਸਪੋਰਟ ਕੀਤੀ ਮੈਨੂੰ ਕਾਲਜ ਜਾਣ ਦੇ ਲਈ। ਮੈਂ ਬੈਂਕ ਦੇ ਵਿੱਚ ਕੰਮ ਕੀਤਾ, ਰਾਇਲ ਬੈਂਕ ਦੇ ਵਿੱਚ 6-7 ਸਾਲ। ਉਹ ਅੱਛਾ। ਹਾਂਜੀ, ਪਰ ਫਿਰ ਵੀ ਦਿਲ ਨਹੀਂ ਲੱਗਾ ਉੱਧਰ, ਮਤਲਬ ਕਿ ਹੌਲੀ ਹੌਲੀ ਸ਼ਿਫਟ ਇਸ ਪਾਸੇ ਹੋ ਗਏ। ਇਹੀ ਮੇਰਾ ਇੰਟਰਸਟ ਹੈ ਜਾਣਨ ਦੇ ਵਿੱਚ ਕਿ ਤੁਹਾਡੀ ਬੈਕਗ੍ਰਾਉਂਡ ਇਕਨੋਮਿਕਸ ਦੀ ਐਮਏ ਸੀ, ਉਸ ਤੋਂ ਬਾਅਦ ਤੁਸੀਂ ਆ ਕੇ ਅਕਾਊਂਟਿੰਗ ਦੀ ਪੜ੍ਹਾਈ ਕੀਤੀ, ਫਿਰ ਤੁਸੀਂ ਬੈਂਕ ਦੇ ਵਿੱਚ ਵੀ ਜੌਬ ਕੀਤੀ। ਮੈਨੂੰ ਇਹ ਵੀ ਪਤਾ ਲੱਗਾ ਕਿ ਤੁਸੀਂ ਬਾਅਦ ਚ ਇੰਸ਼ੋਰੈਂਸ ਦਾ ਵੀ ਕੰਮ ਕਰਦੇ ਰਹੇ ਹੋ। ਹਾਂਜੀ, ਲਾਈਫ ਇੰਸ਼ੋਰੈਂਸ। ਪਰ ਇਹ ਜਿਹੜਾ ਬਾਡੀ ਬਿਲਡਿੰਗ ਦਾ ਜਿਹੜਾ ਪ੍ਰੋਫੈਸ਼ਨਲੀ ਕਰਨਾ ਜਾਂ ਕੰਪੀਟ ਕਰਨਾ, ਉਹ ਕਦੋਂ ਤੁਸੀਂ ਡਿਸਾਈਡ ਕੀਤਾ? ਉਹਦੀ ਸ਼ੁਰੂਆਤ ਕਿਵੇਂ ਹੋਈ? ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਕਿਆਲ ਮੈਨੂੰ ਜਿਮ ਨੂੰ ਲੈ ਜਾਂਦਾ ਸੀ, ਪਰ ਮੈਂ ਸੀਰੀਅਸ ਨਹੀਂ ਸੀ। ਮੈਂ ਉਹਦੇ ਨਾਲ ਚਲੇ ਜਾਣਾ ਤੇ ਥੋੜੀ ਜਿਹੀ ਕਾਰਡੀਓ ਕਰ ਲੈਣੀ, ਤੁਰ ਫਿਰ ਲੈਣਾ, ਹੋਰਾਂ ਨੂੰ ਦੇਖ ਲੈਣਾ ਕਿ ਉਹ ਕੀ ਕਰਦੇ ਆ, ਮੈਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਨੀ। ਉਦੋਂ ਤਾਂ ਇਹੀ ਲੱਗਦਾ ਰਹਿੰਦਾ ਕਿ ਸਾਰੇ ਮੈਨੂੰ ਹੀ ਦੇਖਦੇ ਆ, ਹਨਾ, ਕਿ ਕੁਝ ਆਉਂਦਾ ਨਹੀਂ। ਸੋ ਟਰੂ। ਕਈ ਵਾਰੀ ਜਿਹੜੇ ਸਪੈਸ਼ਲੀ ਜ਼ਿਆਦਾ ਫਿਟ ਹੁੰਦੇ, ਜਦੋਂ ਤੁਹਾਡੇ ਵੱਲ ਦੇਖਦੇ ਫਿਰ ਇੱਦਾਂ ਲੱਗਦਾ ਕਿ ਕੁਝ ਗਲਤ ਕਰ ਰਹੇ ਹਾਂ ਅਸੀਂ, ਤਾਂ ਕਰਕੇ ਸਾਡੇ ਵੱਲ ਦੇਖ ਰਹੇ ਨੇ। ਪਰ ਮੇਰਾ ਜਿਹੜਾ ਕਿ ਐਕਚੁਅਲ ਫਿਟਨੈਸ ਜਰਨੀ ਦਾ ਸਫ਼ਰ ਸ਼ੁਰੂ ਹੋਇਆ ਉਹ ਬੱਚੇ ਹੋਣ ਤੋਂ ਬਾਅਦ। ਅੱਛਾ, ਬੱਚੇ ਹੋਣ ਤੋਂ ਬਾਅਦ? ਹਾਂਜੀ। ਕਿੰਨੇ ਬੱਚੇ ਨੇ ਤੁਹਾਡੇ? ਮੇਰੇ 2 ਬੱਚੇ ਨੇ। ਵਾਓ। ਤੇ ਆਮ ਕਰਕੇ ਤਾਂ ਇਹ ਹੁੰਦਾ ਨਾ ਕਿ ਲੇਡੀਜ਼ ਕਹਿ ਦਿੰਦੀਆਂ, ਹੱਥ ਖੜੇ ਕਰ ਦਿੰਦੀਆਂ ਕਿ ਬੱਚੇ ਹੋਣ ਤੋਂ ਬਾਅਦ ਜਿਹੜੀ ਫੈਟ ਉਹਨਾਂ ਨੂੰ ਮਿਲ ਗਈ ਆ ਉਹ ਲੂਜ਼ ਕਰਨੀ ਬਹੁਤ ਔਖੀ ਹੈ। ਸੋ ਕਿਹੜਾ ਮੋਟੀਵੇਟਿੰਗ ਫੈਕਟਰ ਸੀਗਾ ਕਿ ਤੁਸੀਂ ਸਿੱਧਾ ਬਾਡੀ ਬਿਲਡਿੰਗ ਵੱਲੋਂ ਹੀ ਚਲੇ ਗਏ ਉਸ ਵੇਲੇ? ਐਕਚੁਅਲੀ 2 ਬੱਚੇ, ਕਿਉਂਕਿ 2 ਸਾਲ ਦੇ ਵਿੱਚ 2 ਬੱਚੇ ਹੋ ਗਏ, ਬੇਟਾ ਬੇਟੀ ਦੋਨੇ ਸੀ ਸੈਕਸ਼ਨ ਦੇ ਨਾਲ ਹੋਏ। ਵਾਓ, ਸੀ ਸੈਕਸ਼ਨ ਦੋਨੋਂ? ਹਾਂਜੀ। ਤਾਂ ਉਦੋਂ ਮੇਰਾ ਭਾਰ ਬਹੁਤ ਵੱਧ ਗਿਆ ਸੀ ਨਵਜੋਤ। ਆਈ ਵਾਸ 180 ਪਾਉਂਡ। ਸੋ ਮੈਨੂੰ ਉਦੋਂ ਸਿਰਫ ਇਹ ਸੀਗਾ, ਮੈਨੂੰ ਹਜੇ ਵੀ ਜ਼ਿਆਦਾ, ਮੈਂ ਕੈਲ ਨੂੰ ਕਿਹਾ ਕਿ ਆਪਾਂ ਸ਼ਾਪਿੰਗ ਚੱਲੀਏ, ਮੇਰੇ ਕੱਪੜੇ ਕੋਈ ਫਿੱਟ ਨਹੀਂ ਆਉਂਦੇ। ਉਹਨੇ ਕਿਹਾ ਕਿ ਮੇਰੇ ਹੀ ਪਾ ਲਾ ਤੂੰ। ਅੱਛਾ। ਸੋ ਮੈਨੂੰ ਇਹ ਸੀਗਾ ਮੈਂ ਆਪਣੇ ਕੱਪੜਿਆਂ ਦੇ ਵਿੱਚ ਵਾਪਸ ਫਿੱਟ ਹੋਣਾ ਆ। ਤੇ ਮੈਂ ਘਰ ਟ੍ਰੈਡਮਿਲ ਸੀ, ਮੇਰੇ ਫਾਦਰ ਇਨ ਲਾ ਯੂਜ਼ ਕਰਦੇ ਹੁੰਦੇ ਸੀ। ਮੈਨੂੰ ਜ਼ਿਆਦਾ, ਮੈਂ ਬੱਚਿਆਂ ਨੂੰ ਕੋਲ ਬੱਗੀ ਦੇ ਵਿੱਚ ਪਾ ਕੇ ਟ੍ਰੈਡਮਿਲ ਤੇ ਘੰਟਾ ਤੁਰ ਲੈਣਾ। ਫਿਰ ਜਦੋਂ ਮੇਰਾ ਹੌਲੀ ਹੌਲੀ ਭਾਰ ਲੂਜ਼ ਹੋਣਾ ਸ਼ੁਰੂ ਹੋਇਆ, ਬੱਚੇ ਥੋੜੇ ਵੱਡੇ ਹੋ ਗਏ, 6-7 ਮਹੀਨੇ ਦੇ ਹੋਏ, ਫਿਰ ਮੈਂ ਹੌਲੀ ਹੌਲੀ ਜਿਮ ਜਾਣਾ, ਘੰਟਾ ਜਾਣਾ ਸ਼ੁਰੂ ਕਰ ਦਿੱਤਾ। ਪਰ ਫਿਰ ਵੀ ਬੱਚੇ ਜ਼ਿਆਦਾ ਛੋਟੇ ਸੀ ਤੇ ਮੇਰੀ ਮਦਰ ਇਨ ਲਾ ਨੂੰ ਥੋੜਾ ਜਿਹਾ, ਕਿਉਂਕਿ ਅਸੀਂ ਸਾਰੇ ਇਕੱਠੇ ਰਹਿੰਦੇ ਆ, ਦੇਰ ਦਰਾਨੀ ਦੀ ਡਾਟਰ ਵੀ ਸੀ, ਉਹ ਵੀ ਛੋਟੀ ਸੀ। ਸੋ ਮਮ ਲਈ ਔਖਾ ਸੀਗਾ 3 ਬੱਚਿਆਂ ਨੂੰ ਕਈ ਵਾਰੀ ਸਾਂਭਣਾ। ਸੋ ਫਿਰ ਮੈਂ ਇਹ ਹੁੰਦਾ ਸੀ, ਮੈਂ ਇੰਨਾ ਡਿਸਪਲਿਨ ਬਣ ਗਿਆ ਸੀ ਨਵਜੋਤ। ਅੱਛਾ। ਮੈਨੂੰ ਜ਼ਿਆਦਾ, ਮੈਂ ਸਵੇਰ ਨੂੰ 4 ਵਜੇ ਉੱਠਣਾ ਕਿ ਮੈਂ ਬੱਚਿਆਂ ਦੇ ਸੁੱਤੇ, ਕਿਉਂਕਿ ਪਤਾ ਹੁੰਦਾ ਸੀ ਤੜਕੇ ਵੇਲੇ ਉਹਨਾਂ ਨੇ ਸੁੱਤੇ ਰਹਿਣਾ ਆ, ਤੇ ਮੈਂ 4 ਵਜੇ ਉੱਠ ਕੇ 5 ਵਜੇ ਜਿਮ ਜਾ ਕੇ 6 ਵਜੇ ਤੱਕ ਘਰ ਆ ਜਾਂਦੀ ਹੁੰਦੀ ਸੀ ਕਿ ਮੈਂ ਉਹਨਾਂ ਦੇ ਉੱਠਣ ਤੋਂ ਪਹਿਲਾਂ ਆਪਣਾ ਜਿਮ ਫਿਨਿਸ਼ ਕਰ ਲਿਆ। ਸੈਂਡੀ, ਇਹ ਤਾਂ ਹੋਈ ਨਾ ਫਿਟਨੈਸ ਦੀ ਗੱਲ। ਉਸ ਵੇਲੇ ਤੱਕ ਤੁਹਾਡਾ ਫਿਟਨੈਸ ਗੋਲ ਸੀ। ਹਾਂਜੀ। ਜਿਹੜੇ ਕੱਪੜੇ ਤੁਹਾਡੇ ਪਹਿਲੇ ਵਾਲੇ ਸੀ ਉਹ ਤੁਸੀਂ ਵਾਪਸ ਉਹ ਪਾਉਣੇ ਚਾਹੁੰਦੇ ਸੀ, ਹੈ ਨਾ? ਬਹੁਤ ਸਾਰੇ ਲੋਕ ਨੇ, ਬਹੁਤ ਸਾਰੀਆਂ ਖਾਸ ਕਰਕੇ ਲੇਡੀਜ਼ ਨੇ ਜਿਹੜੀਆਂ ਜਦੋਂ ਇਸ ਸਿਚੁਏਸ਼ਨ ਦੇ ਵਿੱਚ ਹੁੰਦੀਆਂ ਨੇ, ਉਦੋਂ ਕਈ ਸਾਲ ਕੱਪੜੇ ਸਾਂਭੀ ਰੱਖਦੀਆਂ ਨੇ ਕਿ ਹਾਂ ਉਹੀ ਜਿਹੜੇ ਕੱਪੜੇ ਉਹ ਫਿੱਟ ਆਉਣੇ ਚਾਹੀਦੇ ਆ। ਪਰ 3-4 ਸਾਲੀ ਮੈਜੋਰਿਟੀ ਜਿਹੜੀਆਂ ਲੇਡੀਜ਼ ਨੇ ਉਹਨਾਂ ਦੇ ਹੱਥ ਖੜੇ ਹੋ ਜਾਂਦੇ ਆ। ਪਰ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈਗੇ ਹੋ। ਮੈਂ ਮੁੜ ਕੇ ਉਹ ਜਗ੍ਹਾ ਤੇ ਆਉਣਾ ਚਾਹੁੰਦੀ ਆ ਜਦੋਂ ਤੁਹਾਡੇ ਮਨ ਦੇ ਵਿੱਚ ਇਹ ਆਇਆ ਕਿ ਨਹੀਂ, ਮੈਂ ਬਾਡੀ ਬਿਲਡਰ ਬਣਨਾ। ਫਿਟਨੈਸ ਤੱਕ ਤਾਂ ਠੀਕ ਸੀ, ਠੀਕ ਹੈ। ਉਹ ਜਿਹੜਾ ਖਿਆਲ ਸੀ ਉਹ ਕਿਵੇਂ ਮਨ ਦੇ ਵਿੱਚ ਆਇਆ, ਜਾਂ ਤੁਹਾਨੂੰ ਕਿਸੇ ਨੇ ਇਸ ਗੱਲ ਲਈ ਮੋਟੀਵੇਟ ਕੀਤਾ, ਕੈਲ ਨੇ ਕੀਤਾ, ਜਾਂ ਉਹ ਕਿਹੜਾ ਮੋੜ ਸੀ? ਐਕਚੁਅਲੀ ਮੈਨੂੰ ਜਿਮ ਦੇ ਵਿੱਚ ਕਈ ਜਾਣਿਆਂ ਨੇ ਜਿਹੜੇ ਆਲਰੇਡੀ ਕੰਪੀਟ ਕਰ ਰਹੇ ਸੀ। ਅੱਛਾ। ਕਈ ਗੋਰਿਆਂ ਨੇ, ਇਵਨ ਕੈਲ ਨੇ ਵੀ, ਉਹਨਾਂ ਸਾਰਿਆਂ ਨੇ ਮੈਨੂੰ ਕਿਹਾ ਕਿ ਯੂ ਆਰ ਇਨ ਯੋਰ ਬੈਸਟ ਸ਼ੇਪ। ਅਸੀਂ ਤੈਨੂੰ ਕਦੇ, ਕਿਉਂਕਿ ਮੈਂ ਇੰਨੀ ਡੈਡੀਕੇਟਡ ਵੀ ਨਹੀਂ ਸੀ ਜਿੰਨੀ ਮੈਨੂੰ ਡੈਡੀਕੇਸ਼ਨ ਬੱਚਿਆਂ ਤੋਂ ਬਾਅਦ ਆਈ। ਇਟਸ ਔਨ ਡਿਫਰੈਂਟ ਲੈਵਲ। ਅੱਛਾ। ਸੋ ਆਈ ਥਿੰਕ ਉਹ ਡਿਸਿਪਲਿਨ, ਕੰਸਿਸਟੈਂਸੀ, ਡੈਡੀਕੇਸ਼ਨ, ਉਹਦੇ ਨਾਲ ਰਿਜ਼ਲਟ ਜ਼ਿਆਦਾ ਸਟਰੋਂਗ ਮਿਲੇ। ਇੱਕ ਬਾਡੀ ਮੈਚੁਰ ਹੋ ਚੁੱਕੀ ਸੀਗੀ। ਸੋ ਮੈਨੂੰ ਕਈਆਂ ਨੇ ਕਿਹਾ ਕਿ ਯੂ ਸ਼ੁੱਡ ਕੰਪੀਟ, ਐਂਡ ਆਈ ਡਿਡ ਕੰਪੀਟ। ਉਦੋਂ ਮੈਂ ਲੋਕਲ ਸ਼ੋਅ ਕੀਤਾ ਸੀਗਾ, ਪਰ ਮੈਂ ਬਹੁਤ ਬੁਰੀ ਤਰ੍ਹਾਂ ਹਾਰੀ, ਸਭ ਤੋਂ ਲਾਸਟ ਵਿੱਚ ਹੀ ਆਈ। ਤੇ ਫਿਰ ਮੈਨੂੰ ਇਹ ਫੀਲ ਹੋਇਆ ਕਿ ਇਹ ਸ਼ੋਅ ਐਜ਼ ਅ ਮਦਰ ਇਹ ਬਹੁਤ ਹਾਰਡ ਆ, ਕਿਉਂਕਿ ਜੰਗ ਕੁੜੀਆਂ ਸਪੈਸ਼ਲੀ ਜਿਹੜੀਆਂ ਕਰਦੀਆਂ ਆ, ਜਾਂ ਤਾਂ ਉਹ ਸਿੰਗਲ ਨੇ, ਜੰਗ ਨੇ, ਹਾਂ ਵਿੱਚ ਕਈ ਮਦਰਸ ਵੀ ਹੈਗੀਆਂ ਜਿਨ੍ਹਾਂ ਕੋਲ ਫੁੱਲ ਸਪੋਰਟ ਹੈਗੀ ਆ, ਪਰ ਲਿਵਿੰਗ ਇਨ ਐਨ ਐਕਸਟੈਂਡਡ ਫੈਮਿਲੀ ਆਈ ਫੀਲ ਲਾਈਕ ਕਿ ਇਟਸ ਵੈਰੀ ਹਾਰਡ। ਜਿਹੜੀ ਡਾਈਟਿੰਗ ਕਰਨੀ ਡਿਊਰਿੰਗ ਕੰਪੀਟੀਸ਼ਨ, ਉਹ ਸਭ ਤੋਂ ਹਾਰਡ ਸੀ। ਅੱਛਾ। ਲਿਵਿੰਗ ਇਨ ਐਨ ਐਕਸਟੈਂਡਡ ਫੈਮਿਲੀ, ਜਦੋਂ ਤੁਹਾਡੇ ਆਲੇ ਦੁਆਲੇ ਇੰਨੇ ਰੰਗ ਬਿਰੰਗੇ ਖਾਣੇ ਖਾ ਰਹੇ। ਹਾਂਜੀ। ਸੋ ਪਰ ਫਿਰ ਮੈਂ ਉਸ ਤੋਂ ਬਾਅਦ 4-5
2019 ਤੱਕ ਦੁਬਾਰਾ ਕੰਪੀਟ ਨਹੀਂ ਕੀਤਾ 7-8 ਸਾਲ ਤੁਸੀਂ ਕੀਤਾ ਫਿਰ ਬਾਅਦ ਵਿੱਚ ਕੀਤਾ ਵੀ ਪਹਿਲਾਂ ਛੱਡ ਦਿੱਤਾ ਤੁਸੀਂ ਵਿੱਚ ਇਰਾਦਾ ਜਿਹੜਾ ਸੀ ਉਹ ਓਨਾ ਮਜ਼ਬੂਤ ਨਹੀਂ ਸੀ ਜਦੋਂ ਤੁਸੀਂ ਦੱਸਿਆ ਕਿ ਪਹਿਲੀ ਵਾਰੀ ਤੁਸੀਂ ਕੰਪੀਟ ਕੀਤਾ ਬੁਰੀ ਤਰ੍ਹਾਂ ਹਾਰ ਗਏ ਉਦੋਂ ਦਿਲ ਟੁੱਟ ਗਿਆ ਉਦੋਂ ਫਿਰ ਸੋਚ ਲਿਆ ਕਿ ਜਾਣਾ ਹੀ ਨਹੀਂ ਉਸ ਪਾਸੇ ਪਰ ਉਸ ਤੋਂ ਬਾਅਦ ਵੀ ਤੁਸੀਂ ਗਏ ਕੰਪੀਟੀਸ਼ਨਸ ਦੇ ਵਿੱਚ ਹਾਂਜੀ ਤੁਸੀਂ ਇੱਦਾਂ ਹੀ ਸੋਚ ਲਓ ਕਿ ਮੈਨੂੰ ਇੱਦਾਂ ਫੀਲ ਹੋਇਆ ਕਿ ਕਰ ਨਹੀਂ ਸਕਦੀ ਮੈਂ ਕਿ ਮੈਂ ਇੰਡੀਆ ਤੋਂ ਆ ਕੇ ਇੱਕ ਸਿੰਪਲ ਜਿਹੀ ਕੁੜੀ ਮੈਂ ਟਰਾਈ ਕੀ ਕਰ ਰਹੀ ਹਾਂ ਕੀ ਪ੍ਰੂਵ ਕਰਨਾ ਮੰਗਦੀ ਹਾਂ ਅੱਛਾ ਸੋ ਮੈਨੂੰ ਆਪਣਾ ਹਾਰ ਜਿਹੜੀ ਬਹੁਤ ਮਹਿਸੂਸ ਹੋਈ ਕਿ ਇੰਨਾ ਮੇਰਾ ਹਾਰਡ ਵਰਕ ਕੀਤਾ ਤੇ ਕੋਈ ਪਲੇਸ ਫੇਰ ਨਹੀਂ ਆਇਆ ਇਟਸ ਨਾਟ ਫॉर ਮੀ ਸੋ ਪਰ ਮੈਂ ਇਹ ਕਿ ਮੈਂ ਐਕਸਰਸਾਈਜ਼ ਨਹੀਂ ਛੱਡੀ ਅੱਛਾ ਮੈਂ ਆਪਣਾ ਪੂਰਾ ਡਿਸਪਲਿਨ ਨਹੀਂ ਛੱਡਿਆ ਆਈ ਵਾਸ ਇਵਨ ਮੈਂ ਪਰਸਨਲ ਟ੍ਰੇਨਰ ਦਾ ਕੋਰਸ ਵੀ ਲਿਆ ਮੈਂ ਨੌਲੇਜ ਥਰੂ ਆਊਟ ਇਅਰਸ ਗੇਨ ਕਰਦੀ ਰਹੀ ਜਦੋਂ ਮੈਂ ਪਿਛਲੇ ਸਾਲ ਕੰਪੀਟ ਕੀਤਾ ਫਿਰ ਮੈਂ ਦੋ ਪਲੇਸ ਓਪਨ ਦੇ ਵਿੱਚ ਓਪਨ ਹੁੰਦਾ ਹੈ ਜਿਹੜਾ ਕਿ ਕਿਸੇ ਵੀ ਏਜ ਕੈਟਾਗਰੀ ਦੇ ਵਿੱਚ ਉਹਦੇ ਵਿੱਚ ਮੇਰਾ ਸੈਕੰਡ ਪਲੇਸ ਆਇਆ ਮਾਸਟਰਸ ਦੇ ਵਿੱਚ ਸੈਕੰਡ ਪਲੇਸ ਆਇਆ ਦੈਨ ਮੈਨੂੰ ਇਹਦੇ ਤੋਂ ਮੌਕਾ ਮਿਲਿਆ ਇੰਟਰਨੈਸ਼ਨਲੀ ਕੰਪੀਟ ਕਰਨ ਦਾ ਵਾਓ ਜਿੱਥੇ ਇੱਥੇ ਵੈਨਕੂਵਰ ਦੇ ਵਿੱਚ ਹੋਇਆ ਸੀਗਾ ਸਾਰੇ ਮਤਲਬ ਕਿ ਸਾਰੀ ਦੁਨੀਆ ਤੋਂ ਆਲਮੋਸਟ ਪੀਪਲ ਆਏ ਹੋਏ ਸੀ ਆਈ ਪਲੇਸ 3rd देयर ਬਹੁਤ ਵਧੀਆ ਬੜਾ ਮਾਣ ਮਹਿਸੂਸ ਹੋ ਰਿਹਾ ਤੁਹਾਡੇ ਨਾਲ ਗੱਲ ਕਰਕੇ ਦੇਖੋ ਲਾਈਫ ਇਦਾਂ ਚੱਲਦੀ ਆ ਪਹਿਲਾਂ ਤੁਸੀਂ ਸੋਚਿਆ ਕਿ ਵੀ ਨਹੀਂ ਹੁਣ ਮੇਰੇ ਵੱਸ ਦੀ ਨਹੀਂ ਇਹ ਚੀਜ਼ ਲੇਕਿਨ ਪਰ ਉਹ ਜਿਹੜੀ ਅੰਦਰੋਂ ਚੀਜ਼ ਸੀ ਉਹਨੇ ਫਿਰ ਉਹ ਛਾਲਾ ਮਾਰਿਆ ਫਿਰ ਤੁਸੀਂ ਕਿਹੜੇ ਲੈਵਲ ਤੇ ਜਾ ਕੇ ਕਮਾਲ ਹੈ ਆਪਣੇ ਆਪ ਦੇ ਵਿੱਚ ਇਨਸਪੀਰੇਸ਼ਨਲ ਸੈਂਡੀ ਦੀ ਸਟੋਰੀ ਹੈ ਸੈਂਡੀ ਹੁਣ ਇਹ ਜਿਹੜਾ ਬਾਡੀ ਬਿਲਡਿੰਗ ਦਾ ਤੁਸੀਂ ਕੰਪੀਟ ਵੀ ਕੀਤਾ ਇੱਕ ਵੱਖਰੀ ਤਰ੍ਹਾਂ ਦੀ ਇਹ ਚੀਜ਼ ਸੀ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਆਮ ਨਹੀਂ ਹੈ ਕਹਿੰਦੇ ਬਹੁਤ ਜ਼ਿਆਦਾ ਇਸ ਚੀਜ਼ ਦੇ ਨਾਲ ਗੱਲਾਂ ਜੁੜੀਆਂ ਹੋਈਆਂ ਨੇ ਛੇਤੀ ਕਿਤੇ ਐਕਸੈਪਟ ਨਹੀਂ ਕੀਤਾ ਜਾ ਸਕਦਾ ਇਹ ਵੱਖਰੀ ਗੱਲ ਹੈ ਕਿ ਤੁਹਾਡੀ ਫੈਮਿਲੀ ਤੁਹਾਨੂੰ ਸਪੋਰਟ ਕਰ ਰਹੀ ਸੀ ਬਾਕੀਆਂ ਦੇ ਰਿਐਕਸ਼ਨਸ ਕਦੇ ਤੁਹਾਡੇ ਕੋਲ ਪਹੁੰਚੇ ਹੁਣ ਸਾਰੇ ਪੋਜ਼ਿਟਿਵ ਹੀ ਸੀ ਨਹੀਂ ਐਕਚੁਅਲੀ ਪਹਿਲਾਂ ਫੈਮਿਲੀ ਕੋਲੋਂ ਨਹੀਂ ਸਪੋਰਟ ਮਿਲੀ ਜਦੋਂ ਪਹਿਲਾਂ ਕੰਪੀਟੀਸ਼ਨ ਕੀਤਾ ਸੀਗਾ ਇਹ ਨਹੀਂ ਕਿ ਮੰਮੀ ਡੈਡੀ ਹੁਣੀ ਨਹੀਂ ਸਪੋਰਟ ਕਰਦੇ ਸੀ ਉਹ ਕਰਦੇ ਸੀ ਪਰ ਉਹਨਾਂ ਨੂੰ ਜਦੋਂ ਲੋਕਾਂ ਨੇ ਆ ਕੇ ਕਹਿਣਾ ਕਿ ਤੁਸੀਂ ਨੌ ਇੰਡੀਆ ਤੋਂ ਲਿਆਂਦੀ ਆ ਫਿਰ ਮੈਨੂੰ ਜ਼ਿਆਦਾ ਇੱਕ ਵਾਰੀ ਮਮ ਨੇ ਕਿਹਾ ਸੀਗਾ ਕਿ ਇੰਡੀਆ ਤੋਂ ਲੈ ਕੇ ਆਂਦਾ ਸੀਗਾ ਕਿ ਆਪਣੀਆਂ ਵੈਲਿਊਜ਼ ਕਲਚਰ ਨਾਲ ਜੁੜ ਕੇ ਰਹੋਗੇ ਤੇ ਤੁਸੀਂ ਕਿਹੜੇ ਪਾਸੇ ਤੁਰ ਪਏ ਆ ਅੱਛਾ ਪਰ ਫਿਰ ਮੈਂ ਹੌਲੀ ਮੈਂ ਉਹਨਾਂ ਨਾਲ ਬੈਠ ਕੇ ਗੱਲ ਕੀਤੀ ਮੈਂ ਕਿਹਾ ਮਮ ਆਪਾਂ ਪੂਲ ਨੂੰ ਜਾਈਦਾ ਆ ਉੱਥੇ ਬੱਚਿਆਂ ਨਾਲ ਉੱਥੇ ਮੈਂ ਦੇਖਦੀ ਆ ਲੇਡੀਜ਼ ਨੇ ਸਾਰਿਆਂ ਨੇ ਸ਼ਾਰਟਸ ਪਾਈਆਂ ਹੁੰਦੀਆਂ ਆ ਆਈ ਵਾਸ ਜਸਟ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮਾੜੀ ਚੀਜ਼ ਨਹੀਂ ਹੈ ਮੈਂ ਉੱਥੇ ਜੇ ਬਾਡੀ ਬਿਲਡਿੰਗ ਦੇ ਵਿੱਚ ਬਿਕਨੀ ਪਾਉਣੀ ਪੈਂਦੀ ਆ ਇਟਸ ਨਾਟ ਅਬਾਊਟ ਬਿਕਨੀ ਇਟਸ ਤੁਸੀਂ ਆਪਣਾ ਹਾਰਡ ਵਰਕ ਸ਼ੋ ਕਰ ਰਹੇ ਹੋ ਜੀ ਸੋ ਮਦਰ ਇਨ ਲਾਅ ਨੇ ਫਿਰ ਪੂਰਾ ਸਾਥ ਦਿੱਤਾ ਅੱਛਾ ਉਹਨਾਂ ਨੇ ਪੂਰਾ ਸਾਥ ਦਿੱਤਾ ਕੈਲ ਨਾਲ ਸੀ ਥਰੂ ਆਊਟ ਤੁਹਾਡੇ 100% ਹਾਂਜੀ ਬਾਕੀ ਜਦੋਂ ਰਿਸ਼ਤੇਦਾਰਾਂ ਨੇ ਜਾਂ ਹੋਰਨਾਂ ਨੇ ਤੁਹਾਡੇ ਫੈਮਿਲੀ ਸਰਕਲ ਫਰੈਂਡ ਸਰਕਲ ਜਿਨ੍ਹਾਂ ਨੂੰ ਤੁਸੀਂ ਪਿੱਛੇ ਛੱਡ ਆਏ ਸੀ ਜਦੋਂ ਉਹਨਾਂ ਤੱਕ ਇਹ ਪਹੁੰਚੇ ਇੱਕ ਟੋਟਲ ਚੇਂਜ ਤੁਹਾਡਾ ਇੱਕ ਵੱਖਰਾ ਰੂਪ ਉਹਨਾਂ ਨੇ ਦੇਖਿਆ ਕਦੀ ਮੌਕਾ ਮਿਲਿਆ ਉਹਨਾਂ ਦੇ ਨਾਲ ਗੱਲ ਕਰਨ ਦਾ ਬਹੁਤ ਵਾਰੀ ਮਿਲਦਾ ਆ ਜਿਹੜੇ ਉਦੋਂ ਕ੍ਰਿਟਿਸਾਈਜ਼ ਕਰਦੇ ਸੀਗੇ ਉਹੀ ਹੁਣ ਪ੍ਰਾਊਡ ਫੀਲ ਕਰਦੇ ਆ ਕ੍ਰਿਟਿਸਿਜ਼ਮ ਹੋਇਆ ਕ੍ਰਿਟਿਸਿਜ਼ਮ ਦਾ ਵਜ੍ਹਾ ਕੀ ਸੀ ਇਹ ਕਿ ਮੈਨੂੰ ਇਹ ਲੱਗਦਾ ਹੈ ਕਿ ਅੱਗੇ ਵੀ ਆਪਣੀ ਕਮਿਊਨਿਟੀ ਦੇ ਵਿੱਚ ਬਾਡੀ ਬਿਲਡਰਸ ਹੈਗੇ ਨੇ ਕੁੜੀਆਂ ਹੈਗੀਆਂ ਪਰ ਇਹ ਡਿਫਰੈਂਸ ਸੀਗਾ ਮੈਂ ਇੰਡੀਆ ਤੋਂ ਆਈ ਹਾਂ ਅੱਛਾ ਇਹ ਛੋਟੇ ਪਿੰਡ ਤੋਂ ਆਈ ਹਾਂ ਦੇ ਆਰ ਬੋਰਨ ਹੇਅਰ ਜਿਹੜੀਆਂ ਇੱਥੇ ਵਾਲੀਆਂ ਜੇ ਕੁੜੀਆਂ ਬਾਡੀ ਬਿਲਡਿੰਗ ਕਰ ਰਹੀਆਂ ਉਹ ਐਕਸੈਪਟੇਬਲ ਸੀ ਜੇ ਤੁਸੀਂ ਇੰਡੀਆ ਤੋਂ ਆਏ ਆ ਤੁਹਾਨੂੰ ਲੱਗਦਾ ਸੀ ਕਿ ਵੀ ਇਹ ਇੱਕ ਵੱਡਾ ਫਰਕ ਹੈ ਕਿ ਉਹਨਾਂ ਦੀਆਂ ਨਜ਼ਰਾਂ ਇਸ ਚੀਜ਼ ਨੂੰ ਦੇਖਣ ਲਈ ਐਕਸੈਪਟ ਕਰਨ ਲਈ ਤਿਆਰ ਨਹੀਂ ਸੀਗੀਆਂ ਤੁਸੀਂ ਇਹ ਵੀ ਕਹਿ ਸਕਦੇ ਆ ਜਾਂ ਤੁਸੀਂ ਇਹ ਵੀ ਕਹਿ ਸਕਦੇ ਆ ਕਿ ਮੈਂ ਨੌ ਦੇ ਤੌਰ ਤੇ ਆਈ ਸੀ ਰਾਈਟ ਕਿਉਂਕਿ ਉਹ ਜਦੋਂ ਰੇਸ ਹੋਈ ਸੀ ਉਹਨਾਂ ਦੇ ਪੇਰੈਂਟਸ ਨੇ ਉਹਨੂੰ ਸ਼ੁਰੂ ਤੋਂ ਉਹਨਾਂ ਨੂੰ ਸਪੋਰਟਸ ਵਿੱਚ ਪਾਇਆ ਹੋਇਆ ਸੀਗਾ ਉਹ ਇਦਾਂ ਦੇ ਮਾਹੌਲ ਦੇ ਵਿੱਚ ਆਈਆਂ ਸੀ ਨੂੰਹ ਦੇ ਤੌਰ ਤੇ ਮੈਂ ਜਦੋਂ ਆਈ ਸੀਗੀ ਐਜ਼ ਅ ਡਾਟਰ ਇਨ ਲਾ ਆਈ ਸੀਗੀ ਥੋੜਾ ਜਿਹਾ ਤੁਹਾਨੂੰ ਹੁੰਦਾ ਆ ਕਿ ਕਿੱਦਾਂ ਫੈਮਿਲੀ ਰਿਸਪੌਂਸਿਬਿਲਿਟੀਜ਼ ਹੁੰਦੀਆਂ ਆ ਜਿਹਦੇ ਵਿੱਚ ਇਹ ਐਕਸੈਪਟ ਨਹੀਂ ਕਈ ਵਾਰੀ ਕੀਤਾ ਜਾਂਦਾ ਨਵਜੋਤ ਵੈਰੀ ਇੰਟਰਸਟਿੰਗ ਇੱਕ ਕਹਿੰਦੇ ਨੂੰਹ ਦੇ ਤੌਰ ਤੇ ਆਈ ਸੀ ਯੈਸ ਪਰ ਦੂਸਰੀ ਗੱਲ ਨਾਲ ਇਹਨਾਂ ਨੇ ਕਹੀ ਹੈ ਕਿ ਮਦਰ ਇਨ ਲਾਅ ਨੇ ਬਾਅਦ ਦੇ ਵਿੱਚ ਉਹ ਕਨਵਿੰਸ ਹੋ ਗਏ ਉਹਨਾਂ ਨੇ ਸਪੋਰਟ ਕੀਤਾ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸੈਂਡੀ ਇਹ ਜਿਹੜਾ ਮੁਕਾਮ ਹੈ ਇਸ ਵੇਲੇ ਇੱਕ ਗੱਲ ਤਾਂ ਤੁਸੀਂ ਕਹੀ ਕਿ ਮੈਂ ਹਾਰਡ ਵਰਕ ਬਹੁਤ ਕੀਤਾ ਬਿਲਕੁਲ ਹੋਰ ਕਿਹੜੇ ਕੀ ਫੈਕਟਰਸ ਰਹੇ ਆ ਜਿਹੜੇ ਤੁਹਾਨੂੰ ਕਾਮਯਾਬੀ ਦਿਵਾਏ ਆ ਜਿਨ੍ਹਾਂ ਦੇ ਕਾਰਨ ਤੁਸੀਂ ਕਾਮਯਾਬ ਹੋਏ ਹੋ ਹਾਰਡ ਵਰਕ ਹੋ ਗਿਆ ਤੁਹਾਨੂੰ ਫੈਮਿਲੀ ਦੀ ਸਪੋਰਟ ਹੋ ਗਈ ਹਾਂਜੀ ਹੋਰ ਕਿਹੜੀਆਂ ਇਹੋ ਜਿਹੀਆਂ ਗੱਲਾਂ ਐਕਚੁਅਲੀ ਮੇਰੀ ਡਾਟਰ ਅੱਛਾ ਜਦੋਂ ਦੀ ਉਹ ਮੇਰੀ ਲਾਈਫ 'ਚ ਆਈ ਆ ਉਹਦੇ ਤੋਂ ਬਾਅਦ ਮੈਨੂੰ ਬਹੁਤ ਐਕਚੁਅਲੀ
ਜਿੱਦਾਂ ਕਿ ਮੈਨੂੰ ਬਹੁਤ ਉਹਦੇ ਤੋਂ ਇਨਸਪੀਰੇਸ਼ਨ ਮਿਲੀ ਆ, ਕਿਉਂਕਿ ਜੋ ਕੁਛ ਮੈਂ ਨਹੀਂ ਕੀਤਾ ਮੈਂ ਮੰਗਦੀ ਸੀ ਕਿ ਉਹ ਸਾਰਾ ਕੁਛ ਕ੍ਰੀਏਟ ਕਰੇ, ਪਰ ਜਦੋਂ ਉਹਨੇ ਮੈਨੂੰ ਕੁਐਸਚਨ ਕਰਨੇ ਸ਼ੁਰੂ ਕਰ ਦਿੱਤੇ। ਫੋਰ ਐਗਜ਼ਾਮਪਲ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਆ, ਮੈਂ ਫੇਕ ਨੇਲਸ ਲਵਾਉਂਦੀ ਹੁੰਦੀ ਸੀ। ਅੱਛਾ। ਉਹਨੇ ਮੈਨੂੰ ਕਹਿਣਾ ਕਿ ਤੂੰ ਮੈਨੂੰ ਤਾਂ ਕਹਿੰਦੀ ਆ ਕਿ ਨੈਚੁਰਲ ਬਿਊਟੀ ਬਹੁਤ ਸੋਹਣੀ ਆ, ਐਂਡ ਮਮ ਤੂੰ ਆਪ ਇੱਦਾਂ ਕਰਦੀ ਆ। ਅੱਛਾ। ਉਹਨੇ ਕਮੈਂਟ ਕੀਤਾ ਤੇ ਮੈਂ ਛੱਡ ਦਿੱਤੇ। ਮੈਂ ਕਿਹਾ ਯਾਰ ਦੈਟਸ ਟਰੂ, ਇੱਕ ਬੱਚੇ ਨੇ ਅੱਖਾਂ ਕਿ ਖੋਲ੍ਹ ਦੀਆਂ। ਮੈਨੂੰ ਆਪਣੇ ਆਪ ਨੂੰ ਪਹਿਲਾਂ ਮੈਂ ਸ਼ੋ ਕਰੂੰਗੀ, ਫਿਰ ਹੀ ਉਹ ਮੈਨੂੰ ਫੋਲੋ ਕਰੂਗੀ। ਸ਼ੀ ਇਜ਼ ਇਨ ਰੈਸਲਿੰਗ। ਅੱਛਾ। ਕਾਫੀ ਵਧੀਆ ਐਥਲੀਟ ਆਪਣੀ ਜਗ੍ਹਾ ਉਹ, ਪਰ ਜਦੋਂ ਮੈਂ ਉਹਨੂੰ ਹਾਰਡ ਵਰਕ ਕਰਦੇ ਦੇਖਿਆ, ਛੋਟੀ ਜਿਹੀ ਬੱਚੀ ਆਪਣਾ ਇੰਨਾ ਹਾਰਡ ਵਰਕ ਪਾ ਰਹੀ ਆ, ਉਹਦੇ ਨਾਲ ਮੈਨੂੰ ਬਹੁਤ ਐਕਚੁਅਲੀ ਮਿਲਿਆ, ਮੈਨੂੰ ਬਹੁਤ ਮੋਟੀਵੇਸ਼ਨ ਮਿਲੀ ਕਿ ਜੇ ਇਹ ਕਰ ਸਕਦੀ। ਅੱਜ ਵੀ ਜਦੋਂ ਮੈਂ ਐਕਸਰਸਾਈਜ਼ ਕਰਦੀ ਹਾਂ ਨਵਜੋਤ, ਆਈ ਆਲਵੇਜ਼ ਥਿੰਕ ਅਬਾਊਟ ਅਫਸਾਨਾ, ਡਾਟਰ ਦਾ ਨੇਮ ਅਫਸਾਨਾ ਆ। ਜੀ, ਨਾਈਸ ਨੇਮ। ਤੇ ਮੈਂ ਇਹ ਕਹਿ ਸਕਦੀ ਹਾਂ ਕਿ ਸ਼ੀ ਇਜ਼ ਅ ਬਿਗ ਫੈਕਟਰ। ਮੈਂ ਖਾਸ ਕਰਕੇ ਔਰਤਾਂ ਦੇ ਐਂਗਲ ਤੋਂ ਗੱਲ ਜ਼ਰੂਰ ਕਰਨਾ ਚਾਹੁੰਦੀ ਹਾਂ। ਤੁਸੀਂ 2 ਬੱਚੇ ਹੋਣ ਤੋਂ ਬਾਅਦ, ਉਹ ਵੀ ਸੀ ਸੈਕਸ਼ਨ ਹੋਣ ਤੋਂ ਬਾਅਦ, ਬਾਡੀ ਬਿਲਡਿੰਗ ਸ਼ੁਰੂ ਕੀਤੀ। ਆਪਣਾ ਫਿਟਨੈਸ ਦਾ ਪਹਿਲਾਂ ਤੁਹਾਡਾ ਗੋਲ ਸੀ, ਉਸ ਤੋਂ ਬਾਅਦ ਤੁਸੀਂ ਬਹੁਤ ਦੂਰ ਤੱਕ ਚਲੇ ਗਏ। ਆਮ ਕਰਕੇ ਇਹ ਹੁੰਦਾ ਹਾਂਜੀ ਕਿ ਔਰਤ ਜਿਹੜੇ ਵੱਖ-ਵੱਖ ਤਰ੍ਹਾਂ ਦੇ ਰੋਲ ਨਿਭਾ ਰਹੀ ਹੈ, ਚਾਹੇ ਉਹ ਪਤਨੀ ਆ, ਮਾਂ ਆ, ਭੈਣ ਹੈ, ਬੇਟੀ ਹੈ, ਤੇ ਨਾਲ ਅੱਜ-ਕੱਲ੍ਹ ਪ੍ਰੋਫੈਸ਼ਨਲ ਪ੍ਰੈਸ਼ਰਸ ਵੀ ਕਾਫੀ ਜ਼ਿਆਦਾ ਹੈਗੇ ਆ। ਹਾਂਜੀ। ਟਾਈਮ ਤੇ ਐਨਰਜੀ ਇਹ ਮੈਨੇਜ ਕਰਨਾ ਸਭ ਤੋਂ ਵੱਡਾ ਔਰਤ ਲਈ ਚੈਲੰਜ ਬਣਿਆ ਹੋਇਆ, ਕਿਉਂਕਿ ਅਸੀਂ ਆਪਣੇ ਆਪ ਨੂੰ ਜਸਟੀਫਾਈ ਕਰਨਾ ਚਾਹੁੰਦੇ ਹਾਂ ਹਰ ਰੋਲ ਦੇ ਵਿੱਚ, ਤੇ ਜਿੱਥੇ ਕਿਤੇ ਸਾਡੇ ਕੋਲੋਂ ਸਾਨੂੰ ਹੀ ਕਮੀ ਮਹਿਸੂਸ ਹੁੰਦੀ ਹੈ, ਸਾਡੇ ਅੰਦਰ ਗਿਲਟ ਆਉਣਾ ਸ਼ੁਰੂ ਹੋ ਜਾਂਦਾ, ਜਿਹੜਾ ਆਪਣੇ ਆਪ ਸਾਨੂੰ ਕਮਜ਼ੋਰ ਕਰਦਾ। ਤੁਹਾਡੇ ਐਂਗਲ ਤੋਂ ਤੁਸੀਂ ਇਸ ਸਾਰੀ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਮੈਨੂੰ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਨੂੰ ਬਹੁਤ ਗਿਲਟ ਫੀਲ ਹੋਣ ਲੱਗ ਪਿਆ ਸੀ ਜਦੋਂ ਮੇਰੇ 2 ਬੱਚੇ ਸੀਗੇ ਛੋਟੇ। ਜੇ ਮੈਂ ਜਿਮ ਨੂੰ ਛੱਡ ਕੇ ਜਾਣਾ, ਮੈਨੂੰ ਫੀਲ ਹੁੰਦਾ ਸੀਗਾ ਕਿ ਮੇਰੀ ਮਦਰ ਇਨ ਲਾਅ ਨੂੰ ਕਾਫੀ ਔਖਾ ਆ, ਕਿਉਂਕਿ 3 ਛੋਟੇ ਬੱਚਿਆਂ ਨੂੰ ਸਾਂਭਣਾ ਔਖਾ ਸੀ ਉਹਨਾਂ ਲਈ ਵੀ। ਤੇ ਮੈਂ ਤਦੇ ਹੀ ਫਿਰ ਸਵੇਰ ਨੂੰ ਆਪਣਾ, ਪਰ ਮੈਨੂੰ ਇਹ ਸੀ ਕਿ ਮੈਂ ਜਿਮ ਨਹੀਂ ਛੱਡਣਾ ਹੁਣ, ਤੇ ਮੈਂ ਸਵੇਰ ਨੂੰ 4 ਵਜੇ ਉੱਠਣਾ ਸ਼ੁਰੂ ਕਰ ਦਿੱਤਾ। ਮੈਂ ਅਰਲੀ ਚੱਲ ਜਾਣਾ ਜਿਮ। ਜਿਹੜੀ ਤੁਸੀਂ ਗੱਲ ਕਹਿ ਰਹੇ ਆ ਕਿ ਜਿਹੜੀਆਂ ਆਪਾਂ ਕਈ ਵਾਰੀ ਨਵਜੋਤ ਆਪਾਂ ਆਪਣੇ ਆਪ 'ਤੇ ਹੀ ਬੰਦਿਸ਼ਾਂ ਲਾ ਲੈਂਦੇ ਆ। ਸੋ ਜੇ ਟਾਈਮ ਕੱਢਣਾ ਹੋਵੇ ਕੱਢ ਸਕਦੇ ਆ, 45 ਮਿੰਟ ਇਨ 24 ਆਵਰਸ, ਇਹ ਤੁਸੀਂ ਆਪਣੇ ਆਪ ਨੂੰ ਡੈਡੀਕੇਟ ਕਰ ਸਕਦੇ ਆ। ਸੋ ਮੈਨੂੰ ਇਹ ਸੀਗਾ ਕਿ ਮੈਂ 1 ਘੰਟਾ ਉਦੋਂ ਡੈਡੀਕੇਟ ਕਰਦੀ ਹੁੰਦੀ ਸੀ। ਹੁਣ ਤਾਂ ਮੈਂ ਚਲੋ ਰਹਿੰਦੀ ਜਿਮ 'ਚ। ਅੱਛਾ, ਜਿਮ 'ਚ ਰਹਿੰਦੇ ਆ। ਅੱਜ ਕੱਲ੍ਹ ਪਰਸਨਲ ਟ੍ਰੇਨਰ ਦੇ ਤੌਰ ਦੇ ਉੱਤੇ ਇਹ ਇੰਸਪਾਇਰ ਵੀ ਕਰਦੇ ਆ, ਗਾਈਡ ਵੀ ਕਰਦੇ ਆ। ਬਹੁਤ ਵਧੀਆ ਗੱਲ ਹੈਗੀ ਆ। ਸੈਂਡੀ, ਕੁਝ ਗੱਲਾਂ ਮੈਂ ਹੋਰ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਕੁਝ ਸੈਕਰੀਫਾਈਸਿਸ ਕੀਤੀਆਂ ਹੁਣ ਇਸ ਟਾਈਮ ਦੇ ਦੌਰਾਨ। ਕੀ ਸੈਕਰੀਫਾਈਸ ਕੀਤਾ ਇਹ ਮੁਕਾਮ ਹਾਸਲ ਕਰਨ ਦੇ ਲਈ? ਕਈ ਵਾਰੀ ਮੈਂ ਤੁਹਾਨੂੰ ਸਭ ਤੋਂ ਵੱਡੀ ਗੱਲ ਫੂਡ। ਅੱਛਾ। ਮੈਂ ਫੂਡ ਦੀ ਕਹਿ ਰਹੀ ਹਾਂ। ਕਈ ਵਾਰੀ ਹੁਣ ਵੀ ਘਰ ਦੇ ਵਿੱਚ ਮੇਰੀ ਮਦਰ ਇਨ ਲਾਅ ਬਹੁਤ ਸੋਹਣਾ ਕੁੱਕ ਕਰਦੀ ਆ, ਤੇ ਉਹਨਾਂ ਨੂੰ ਆਲਵੇਜ਼ ਹੁੰਦਾ ਹੈ ਕਿ ਪਹਿਲਾਂ ਮੈਂ ਹੀ ਟੇਸਟ ਕਰਾਂ। ਸਾਡਾ ਦੋਨਾਂ ਦਾ ਕਾਫੀ ਆਪਸ ਵਿੱਚ ਪਿਆਰ ਆ, ਤੇ ਮੈਂ ਉਹਨਾਂ ਨੂੰ ਆਲਵੇਜ਼ ਕਹਿੰਦੀ ਹੁੰਦੀ ਹਾਂ, ਮਮ ਮੈਂ ਖਾ ਨਹੀਂ ਸਕਦੀ, ਮੈਂ ਨਹੀਂ ਖਾਣਾ। ਮੈਨੂੰ ਇੰਡੀਅਨ ਫੂਡ ਦਾ ਬਹੁਤ ਸ਼ੌਕੀਨ ਆ, ਪਰ ਇਹ ਆ ਕਿ ਹਾਂ, ਇਹ ਛੋਟੀਆਂ ਗੱਲਾਂ, ਜਿੱਦਾਂ ਕਿ ਤੁਸੀਂ ਆਪਣੇ ਖਾਣੇ ਦਾ ਖਿਆਲ ਰੱਖਣਾ, it takes a long time, then ਆਪਣੀ ਨੀਂਦ ਦਾ ਪੂਰਾ ਖਿਆਲ ਰੱਖਣਾ। ਅਸੀਂ ਕੋਈ ਬਾਹਰ ਪਾਰਟੀਆਂ, ਕਲੱਬਿੰਗ, ਡਰਿੰਕਿੰਗ, ਅਸੀਂ ਇਹ ਕੁਛ ਤੁਹਾਨੂੰ ਛੱਡਣਾ ਪੈਂਦਾ ਆ। ਜੇ ਤੁਸੀਂ ਇਹਨੂੰ ਸਮਝਦੇ ਕਿ ਸੈਕਰੀਫਾਈਸ ਸਮਝ ਲਓ, ਪਰ ਮੇਰੇ ਲਈ ਡਿਸਪਲਿਨ ਸੀ। ਓਕੇ। ਅਖੀਰ 'ਚ ਮੈਂ ਜਿਹੜੀ ਚੀਜ਼ ਜ਼ਰੂਰੀ ਤੌਰ 'ਤੇ ਹੋਰ ਜਾਣਨਾ ਚਾਹੁੰਦੀ ਹਾਂ, ਹਾਂਜੀ, ਜੇ ਕੁਝ ਤੁਸੀਂ ਟਿਪਸ ਖਾਸ ਕਰਕੇ ਉਹਨਾਂ ਔਰਤਾਂ ਲਈ ਦੇ ਸਕੋ ਜਿਹੜੀਆਂ ਇਹ ਮਹਿਸੂਸ ਕਰਦੀਆਂ ਕਿ ਅਸੀਂ ਫਿਟਨੈਸ ਦਾ ਗੋਲ ਸੀ ਪਰ ਬਹੁਤ ਪਿੱਛੇ ਰਹਿ ਗਿਆ, ਅਸੀਂ ਪਛੜ ਗਈਆਂ ਨੇ। ਹਾਂਜੀ। ਮੇਰੇ ਮਨ ਦੇ ਵਿੱਚ ਇਹ ਹਮੇਸ਼ਾ ਰਹਿੰਦਾ ਕਿ ਜਦੋਂ ਵੀ ਸ਼ੁਰੂਆਤ ਕਰਨੀ ਹੋਵੇ ਆਪਾਂ ਕਦੇ ਵੀ ਕਰ ਸਕਦੇ ਹਾਂ। ਬਿਲਕੁਲ। ਉਹਨਾਂ ਲਈ ਤੁਸੀਂ ਕੀ ਕਹੋਗੇ, ਕੀ ਟਿਪਸ ਦਿਓਗੇ? ਜਦੋਂ ਜਿੱਦਾਂ ਸਿਆਣੇ ਕਹਿੰਦੇ ਨਹੀਂ ਹੁੰਦੇ ਸੀਗਾ, ਜਦੋਂ ਸਵੇਰਾ ਹੋਇਆ ਉਦੋਂ ਹੀ ਤੁਹਾਡਾ ਦਿਨ, ਉਹੀ ਪਹਿਲਾ ਦਿਨ ਤੁਹਾਡੀ ਲਾਈਫ ਦਾ। ਸੋ ਇਹ ਆ ਕਿ ਤੁਸੀਂ ਜਿਹੜੀ ਜਰਨੀ ਆ, ਕਦੇ ਵੀ, ਮੈਂ ਜਰਨੀ ਸ਼ੁਰੂ ਕੀਤੀ ਆ ਆਫਟਰ 2 ਕਿਡਸ, ਕਿ ਮੈਂ ਉਦੋਂ ਐਕਚੁਅਲੀ ਮੇਰੇ ਦਿਮਾਗ ਵਿੱਚ ਇਹ ਗੱਲ ਆਈ ਸੀਗੀ ਜਦੋਂ ਮੈਂ ਪਹਿਲੀ ਵਾਰੀ ਲੂਜ਼ ਕੀਤਾ ਕਿ ਮੇਰੇ ਲਈ ਨਿਗਾ, ਮੈਂ ਕਿਹੜੇ ਪੰਗਿਆਂ 'ਚ ਪਈ ਆ। 2 ਨਿਆਣਿਆਂ ਦੀ ਮਾਂ ਆ। ਕਿਆਲ ਪੁਲਿਸ ਆਫਿਸਰ ਕਰਕੇ ਉਹਦੀ ਸ਼ਿਫਟ ਬਹੁਤ ਲੰਮੀ ਹੁੰਦੀ ਆ ਕਿ ਮੈਂ ਕਰ ਨਹੀਂ ਸਕਦੀ, ਪਰ ਜੇ ਤੁਸੀਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਡਿਸਿਪਲਿਨ, ਟਾਈਮ ਦਿਓ, ਤੇ ਸਾਰਾ ਕੁਛ, ਐਵਰੀਥਿੰਗ ਇਜ਼ ਪੋਸੀਬਲ। ਸੋ ਮੇਰੀ ਆਪਣੀਆਂ ਭੈਣਾਂ ਨੂੰ ਇਹੀ ਬੇਨਤੀ ਆ ਕਿ ਪਲੀਜ਼ ਆਪਣੇ ਲਈ ਅੱਧਾ ਘੰਟਾ ਕੱਢੋ,
ਭਾਵੇਂ 40 ਮਿੰਟ ਕੱਢੋ, ਥੋੜਾ ਜਿਹਾ ਆਪਣੇ ਆਪ ਨੂੰ ਐਕਟਿਵ ਕਰੋ, ਕਿਉਂਕਿ ਮੈਂ ਅੱਜ ਕੱਲ੍ਹ ਬਹੁਤ ਲੋਕਾਂ ਨੂੰ ਮਿਲ ਰਹੀ ਹਾਂ ਜਿਹੜੇ ਡਿਪਰੈਸ਼ਨ ਦੇ ਗੋ ਥਰੂ ਜਾ ਰਹੇ ਆ। ਉਹਦਾ ਸਭ ਤੋਂ ਵੱਡਾ ਪਾਰਟ ਇਹ ਆ ਕਿ ਫਿਜ਼ੀਕਲ ਐਕਟੀਵਿਟੀ ਦੀ ਲੈਕ ਆ। ਬਿਲਕੁਲ, ਇਹ ਗੱਲ ਤਾਂ ਹੈਗੀ ਹੈ ਕਿ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਰੂਰੀ ਹੈ, ਪਰ ਅਸੀਂ ਦਿਲ ਬਹੁਤ ਛੇਤੀ ਛੱਡ ਦਿੰਦੇ ਹਾਂ। ਮੈਂ ਜਦੋਂ ਹੁਣ ਤੁਹਾਡੇ ਨਾਲ ਗੱਲਾਂ ਮੈਂ ਕਰ ਰਹੀ ਹਾਂ, ਸੁਣ ਰਹੀ ਹਾਂ ਤੁਹਾਡੀਆਂ ਗੱਲਾਂ, ਉਸ ਵੇਲੇ ਤੇ ਮਨ ਦੇ ਵਿੱਚ ਆਉਂਦਾ ਕਿ ਹੈ ਜੇ ਸੈਂਡੀ ਕਰ ਸਕਦੀ ਆ। ਮੈਂ ਇਸ ਚੀਜ਼ ਨੂੰ ਹਾਈਲਾਈਟ ਕਰ ਰਹੀ ਹਾਂ, ਮੈਂ ਅੰਡਰਲਾਈਨ ਕਰ ਰਹੀ ਹਾਂ, ਕਿਉਂਕਿ ਬਹੁਤ ਛੇਤੀ ਇਹ ਹੁੰਦਾ ਕਿ ਮਾਂ ਬਣਨ ਤੋਂ ਬਾਅਦ ਔਰਤਾਂ ਹੱਥ ਖੜੇ ਕਰ ਦਿੰਦੀਆਂ ਨੇ, ਜਾਂ ਅਸੀਂ ਔਰਤਾਂ ਹੀ ਸੈਂਡੀ ਇੱਕ ਦੂਜੇ ਨੂੰ ਅਸੀਂ ਇਹ ਗੱਲਾਂ ਕਹਿ ਕੇ ਨਾ ਮਨ ਦੇ ਵਿੱਚ ਬਿਠਾ ਦਿੰਦੇ ਹਾਂ ਇਹ ਚੀਜ਼। 100% ਹੈ ਨਾ। ਅਸੀਂ ਜਦੋਂ ਮੈਂ ਸੁਣਦੀ ਹਾਂ ਕੋਈ ਮੈਨੂੰ ਕਵੇ ਕਿ ਤੂੰ ਨਹੀਂ ਮਾਂ ਲੱਗਦੀ, ਫੋਰ ਐਗਜ਼ਾਮਪਲ, ਕਿ ਨਹੀਂ ਇੱਦਾਂ ਹੋ ਨਹੀਂ ਸਕਦਾ, ਹੋ ਸਕਦਾ ਆ, ਹੋ ਸਕਦਾ ਆ। ਬਹੁਤ ਜਿੰਨੀਆਂ ਵੀ ਤੁਸੀਂ ਸਕਸੈਸ ਸਟੋਰੀਆਂ ਸੁਣੋ, ਮੈਂ ਬਹੁਤ ਸਵੇਰ ਨੂੰ ਪੋਡਕਾਸਟ ਸੁਣਦੀ ਹਾਂ, ਜਿੰਨੀਆਂ ਵੀ ਮੈਂ ਸੁਣੀਆਂ ਆ, they all went through some kind of sacrifices। ਇਹ ਸੈਕਰੀਫਾਈਸ ਹੀ ਹੈ। ਜੇ ਤੁਸੀਂ ਆਪਣੇ ਲਈ ਅੱਧਾ ਘੰਟਾ ਜੇ ਤੁਸੀਂ ਸੋਚਦੇ ਕੱਢਣਾ, ਜੇ ਤੁਸੀਂ ਟੀਵੀ ਦੇ ਮੂਹਰੇ ਬਹਿਣਾ ਆ ਜਾਂ ਤੁਸੀਂ ਫੇਸਬੁੱਕ ਤੇ ਬਹਿਣਾ ਆ, ਤੁਸੀਂ ਆਪਣੇ ਆਪ ਨੂੰ ਦੇ ਦਿਓ। ਸੋ ਜਿਹੜਾ ਸੈਕਰੀਫਾਈਸ ਤੋਂ ਰਿਜ਼ਲਟ ਆਉਂਦਾ ਆ, ਉਹੀ ਤਾਂ ਤੁਸੀਂ ਇੰਜੋਏ ਕਰਦੇ ਆ। ਈਜ਼ੀ ਤਾਂ ਕੁਛ ਵੀ ਨਹੀਂ, ਇੰਜੋਏ ਵੀ ਨਹੀਂ ਹੁੰਦਾ। ਬਿਲਕੁਲ, ਤਾਂ ਇਹ ਗੱਲ ਸਮਝਣ ਵਾਲੀ ਹੈ, ਖਾਸ ਕਰਕੇ ਔਰਤਾਂ ਦੇ ਲਈ, ਜਿਹੜੀਆਂ ਔਰਤਾਂ ਦਾ ਹੀ ਹੌਸਲਾ ਢਾਹ ਦਿੰਦੀਆਂ ਇਹ ਗੱਲ ਕਹਿ ਕੇ ਕਿ ਨਹੀਂ ਬੱਚਿਆਂ ਤੋਂ ਬਾਅਦ ਇਹ ਸਾਰਾ ਕੁਝ ਪੋਸੀਬਲ ਨਹੀਂ ਹੁੰਦਾ, ਉਹੋ ਜਿਹਾ ਸਰੀਰ ਮੁੜ ਕੇ ਨਹੀਂ ਬਣਦਾ। ਤੇ ਜਦੋਂ ਫਿਰ ਕਿਸੇ ਦਾ ਸੀ ਸੈਕਸ਼ਨ ਹੋ ਜਾਂਦਾ, ਇੱਧਰ ਇੱਕ ਨਹੀਂ 2 ਸੀ ਸੈਕਸ਼ਨ ਹੋਏ ਆ, ਸੀ ਸੈਕਸ਼ਨ ਤੋਂ ਬਾਅਦ ਤਾਂ ਫਿਰ ਜ਼ਿਆਦਾ ਹੀ ਵਿਚਾਰੀ ਜਿਹੀ ਬਣਾ ਦਿੱਤਾ ਜਾਂਦਾ ਔਰਤ ਨੂੰ। ਸੈਂਡੀ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ, ਇੱਕ ਇੰਸਪੀਰੇਸ਼ਨ ਹੈ, ਇੱਕ ਮੋਟੀਵੇਸ਼ਨ ਹੈ। ਮੈਂ ਇਹ ਜ਼ਰੂਰ ਕਹਾਂਗੀ ਕਿ ਵਾਕਈ ਜੋ ਇਹਨਾਂ ਨੇ ਅਚੀਵ ਕੀਤਾ, ਆਪਾਂ ਔਰਤਾਂ ਹੋਣ ਦੇ ਨਾਤੇ ਜੇ ਇਹਨਾਂ ਗੱਲਾਂ ਦਾ ਖਿਆਲ ਰੱਖੀਏ ਕਿ ਅੱਜ ਜਿਹੜੇ ਮੋਟੇ ਤੌਰ 'ਤੇ ਸੈਂਡੀ 4-5 ਵਰਡ ਇਸ ਪ੍ਰੋਗਰਾਮ ਦੇ ਵਿੱਚ ਇਸ ਵਾਲ ਦੇ ਸਾਹਮਣੇ ਆ ਕੇ ਯੂਜ਼ ਕਰਕੇ ਗਈ ਹੈ, ਉਹਨਾਂ ਨੂੰ ਖਿਆਲ 'ਚ ਰੱਖੀਏ। ਜੇ ਸੈਂਡੀ ਸਮ ਅਪ ਕਰਨਾ ਚਾਹੋ ਤੁਸੀਂ ਹਾਂਜੀ ਆਪਣੀ ਸਾਰੀ ਗੱਲਬਾਤ ਨੂੰ, ਬਿਲਕੁਲ ਫਿਟਨੈਸ ਦੇ ਗੋਲ ਦੇ ਲਈ, ਹਾਂਜੀ ਲਾਸਟ ਤੇ ਕੀ ਕਹੋਗੇ? ਕੰਸਿਸਟੈਂਸੀ। ਕਈ ਵਾਰੀ ਇਟ ਕੈਨ ਟੇਕ 6 months, a year, 5 years, 10 years। there's no give up, don't look back ਕਿ ਮੈਨੂੰ ਕਿੰਨਾ ਚਿਰ ਹੋ ਗਿਆ। ਤੁਸੀਂ ਤੁਰੇ ਜਾਓ, ਜਦੋਂ ਤੁਸੀਂ ਆਪਣੇ ਰਾਹ ਤੇ ਤੁਰੇ ਜਾਂਦੇ ਆ, ਕੁਝ ਚੰਗਾ ਕਰਦੇ ਆ, people will notice। ਵਾਹ, ਹੌਸਲਾ ਵੀ ਢਹਿ ਜਾਂਦਾ ਕਈ ਵਾਰੀ, ਪਰ ਸੈਂਡੀ ਦੀ ਆਪਣੀ ਲਾਈਫ, ਹੁਣ ਤੱਕ ਦੀ ਲਾਈਫ ਇਹੀ ਚੀਜ਼ ਦਿਖਾ ਰਹੀ ਹੈ ਕਿ ਲਾਈਫ ਸਾਰਿਆਂ ਦੀ ਇਸੇ ਤਰ੍ਹਾਂ ਜ਼ਿਗਜ਼ੈਗ ਦੇ ਵਿੱਚ ਚੱਲਦੀ ਹੈ, ਅਪਸ ਐਂਡ ਡਾਊਨਸ ਆਉਂਦੇ ਰਹਿੰਦੇ ਨੇ। ਇਹ ਕੋਈ ਵੱਡੀ ਗੱਲ ਨਹੀਂ ਹੈ, ਪਰ ਗੱਲ ਇਹ ਹੈ ਕਿ ਪੋਜ਼ਿਟਿਵ ਸਾਈਡ ਦੇਖੀਏ। ਮੈਂ ਕਿਤੇ ਪੜ੍ਹ ਰਹੀ ਸੀ, ਕਹਿੰਦੇ ਕਿ ਡੇਲੀ ਬੇਸਿਸ ਦੇ ਉੱਤੇ ਆਪਾਂ ਜੇ 4-5 ਗੱਲਾਂ ਆਪਣੇ ਆਪ ਨੂੰ ਰੋਜ਼ ਪੋਜ਼ਿਟਿਵ ਕਹੀਏ ਕਿ ਯੂ ਕੈਨ ਡੂ ਇਟ, ਅਲਟੀਮੇਟਲੀ ਤੁਹਾਡੇ ਮਨ ਨੇ ਇਸ ਗੱਲ ਦਾ ਯਕੀਨ ਕਰ ਲੈਣਾ ਕਿ ਹਾਂ ਤੁਸੀਂ ਕਰ ਸਕਦੇ ਹੋ। ਸੈਂਡੀ ਨੇ ਕਰਕੇ ਦਿਖਾਇਆ। ਸੈਂਡੀ, ਅੱਜ ਤੁਸੀਂ ਮੇਰੇ ਨਾਲ ਬੈਠੇ ਗੱਲਬਾਤ ਕੀਤੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ ਨਵਜੋਤ, ਆਈ ਰੀਅਲੀ ਫੀਲ ਮਾਈ। ਅੱਜ ਦੇ ਇਸ ਨਵਜੋਤ ਢਿੱਲੋਂ ਵਾਲ ਦੇ ਇਸ ਸੈਗਮੈਂਟ ਟਰੂ ਐਕਸਪ੍ਰੈਸ਼ਨਸ ਦੇ ਵਿੱਚ ਇਨਹੀ ਗੱਲਬਾਤ, ਇੱਕ ਨਵਾਂ ਸੈਗਮੈਂਟ ਲੈ ਕੇ ਤੁਹਾਡੇ ਲਈ ਫਿਰ ਮੈਂ ਹਾਜ਼ਰ ਹੋਵਾਂਗੀ। ਪਰ ਅਖੀਰ 'ਚ ਇਹੀ ਬੇਨਤੀ ਕਿ ਜੇ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਤੁਸੀਂ ਇਹ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ। ਜਿਹੜੀਆਂ ਗੱਲਾਂ ਬਾਤਾਂ ਤੁਹਾਨੂੰ ਇੰਸਪਾਇਰਿੰਗ ਲੱਗਦੀਆਂ ਨੇ, ਚੰਗੀਆਂ ਲੱਗਦੀਆਂ ਨੇ, ਲੱਗਦਾ ਕਿ ਦੂਸਰਿਆਂ ਨੂੰ ਵੀ ਪਤਾ ਲੱਗਣੀਆਂ ਚਾਹੀਦੀਆਂ ਨੇ, ਉਹ ਸ਼ੇਅਰ ਕਰੋਗੇ ਤਾਂ ਹੀ ਦੂਸਰਿਆਂ ਨੂੰ ਪਤਾ ਲੱਗੇਗਾ। ਕਮੈਂਟ ਕਰਕੇ ਫੀਡਬੈਕ ਵੀ ਜ਼ਰੂਰ ਦਿਓ। ਅੱਜ ਇੰਨੀਆਂ ਹੀ ਗੱਲਾਂ ਬਾਤਾਂ, ਟਰੂ ਐਕਸਪ੍ਰੈਸ਼ਨ ਸੁਣਨ ਦੇ ਲਈ ਸ਼ੁਕਰੀਆ। ਸਤਿ ਸ਼੍ਰੀ ਅਕਾਲ।